ज्ञान ध्यान किच कर्म ना जाना, नाहि न निर्मल करनी। साध संगत के अंचल लाओ, बिखम नदी जाए तरनी। साध संगत के अंचल लाओ, बिखम नदी जाए तरनी। सतनाम वाहिगुरु साहिब जियो। सूही महला पंजवा। कर कृपा मेरे प्रीतम स्वामी, नेत्र देखें दर्श तेरा राम। कर कृपा मेरे प्रीतम स्वामी, नेत्र देखें दर्श तेरा राम। लाख जिह्वा देह मेरे प्यारे, मुख हर आराधे मेरा राम। हर आराधे जम पंथ साधे, दुख ना व्यापै कोई। जल थल महियल पूरन स्वामी, जत देखा तत सोई। परम मोह विकार नाठे, प्रभ नेर हूँ ते नेरा। नानक कहो प्रभ कृपा कीजै, नेत्र देखें दर्श तेरा। कोट करन दीजै प्रभ प्रीतम, हर गुण सुनिए अविनाशी राम। सुन सुन एह मन निर्मल होवै, कटियै काल की फांसी राम। कटियै जम फांसी सिमर अविनाशी, सगल मंगल सुगियाना। हर हर जप जपियै दिन राती, लागै सहज ध्याना। कलमल दुख जारे प्रभु चितारे, मन की दुर्मत नासी। कहो नानक प्रभ कृपा कीजै, हर गुण सुनिए अविनाशी। कलमल दुख जारे प्रभु चितारे, मन की दुर्मत नासी। कहो नानक प्रभ कृपा कीजै, हर गुण सुनिए अविनाशी। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी दी अपर अपार अजमत बख्शिश। शाम समय असी सत्संगत दे पल माण पा रहे हाँ। अजे हुणे गुरबाणी कीर्तन आप ਸਰੋਤ पा रहे सी। हुण अगलेरे समय विच गुरु शब्द व्याख्या होएगी, जिस विच सूही राग दे छंतां दी विचार हुंदी है। गुरु अर्जन साहब द्वारा नानक जोत दे पंजवें जामे द्वारा उचरित की गई पावन बाणी सानू प्राप्त है। इस पावन शब्द दे शुरुआती दो बंद आप जी के सामने पढ़े गए ने। एक बंद की व्याख्या बीते कल हुई सी। 2 नंबर पदा जो है उदी विवेचना अज करांगे। जेकर आपने बीते कल विचार बाणी होए तो आप जी एहसास कर रहे होगे, कर कृपा मेरे प्रीतम स्वामी, नेत्र देखें दर्श तेरा राम। लाख जीवा देह मेरे प्यारे, मुख हर आराधे मेरा राम। नेत्रां दे नाल प्रभु दे दर्शन करन दी तांग, लखां जीवा दे नाल उहदा नाम जपण दी तांग, इस चीज़ बारे गल हो रही सी। अज गुरु बाबा जी कोट करन दीजै, करन कन्ना नूं कहा जाता है। प्रभ प्रीतम हर गुण सुनिए अविनाशी राम। ना ना सोण वाले उस
ਸਦੀਵ ਰਹਿਣ ਵਾਲੇ ਪਰਮ ਸੱਤ ਦੇ ਉਹਦੇ ਨਾਮ ਨੂੰ ਮੈਂ ਲਗਾਤਾਰ ਸੁਣਦਾ ਰਹਾ। ਮੈਨੂੰ ਕਰੋੜਾਂ ਕਰੋੜਾਂ ਕੰਨ ਦੇ ਦੇ। ਇੱਕ ਮੈਟਾਫੋਰਿਕ ਵੇ ਦੇ ਨਾਲ ਬਾਤ ਆਖੀ ਜਾ ਰਹੀ ਹੈ, ਕਹੀ ਜਾ ਰਹੀ ਹੈ, ਤਾਂ ਕਿ ਸਾਨੂੰ ਅਧਿਆਤਮ ਤਲ ਦਾ ਕੁਝ ਅਹਿਸਾਸ ਆ ਸਕੇ। ਹੁਣ ਇਹਦੇ ਬਾਬਤ ਬੀਤੇ ਕੱਲ੍ਹ ਬੜੀ ਡਿਟੇਲਡ ਗੱਲ ਹੋਈ ਦਰਸ਼ਨ ਬਾਰੇ, ਇਸ ਚੀਜ਼ ਬਾਰੇ। ਅੱਜ ਸੇ ਜਿਹੜੀ ਬਾਤ ਬਹੁਤ ਬੁਨਿਆਦੀ ਲੈਵਲ 'ਤੇ ਕਰੀਏ, ਬੇਸਿਕ ਲੈਵਲ 'ਤੇ। ਦੇਖੋ, ਜੋ ਗੁਰੂ ਮਹਾਰਾਜ ਸਾਨੂੰ ਸੰਦੇਸ਼ ਦਿੰਦੇ ਨੇ ਇਹ ਬੜਾ ਪ੍ਰੈਕਟੀਕਲ ਹੈ। ਜਿਹੜੀ ਇਹਦੇ 'ਚ ਮੈਥੋਡੋਲੋਜੀ ਗੁਰੂ ਬਾਬਾ ਜੀ ਨੇ ਸਾਨੂੰ ਅਡਾਪਟ ਕਰਨ ਵਾਸਤੇ ਕਿਹਾ ਆ, ਉਹ ਬੜੀ ਬਾਣੀ ਦੀ ਸ਼ੁਰੂਆਤ ਵਿੱਚ ਹੀ ਮੌਜੂਦ ਹੈ। ਜਿਵੇਂ ਅਸੀਂ ਜਪਜੀ ਸਾਹਿਬ ਪੜ੍ਹ ਰਹੇ ਹਾਂ, ਮੂਲ ਮੰਤਰ ਪੜ੍ਹਿਆ ਗਿਆ, ਉਸ ਸੱਚ ਦੀ ਵਿਆਖਿਆ ਹੋਈ ਜਿਸ ਸੱਚ ਦੀ ਅਸੀਂ ਆਰਾਧਨਾ ਕਰਨੀ ਹੈ ਜਪ ਕੇ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜੋ ਮਨੁੱਖਾਂ ਨੇ ਧਰਮ ਦੇ ਨਾਂ 'ਤੇ, ਖਾਸ ਕਰਕੇ ਉਸ ਜੋਗ੍ਰਾਫੀਕਲ ਏਰੀਆ ਦੇ ਵਿੱਚ ਜਿੱਥੇ ਗੁਰੂ ਬਾਬਾ ਜੀ ਇਹ ਸੰਦੇਸ਼ ਪ੍ਰਗਟ ਕਰ ਰਹੇ ਨੇ, ਉਹਨਾਂ ਨੇ ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਐਕਸਰਸਾਈਜ਼ ਕੀਤੀ ਹੈ ਜਿਸ ਚੀਜ਼ ਦੀ। ਗੁਰੂ ਮਹਾਰਾਜ ਉਹਦੇ ਉੱਤੇ ਸਭ ਤੋਂ ਪਹਿਲਾਂ ਕੌਮੈਂਟਸ ਕਰਦੇ ਨੇ। ਜਿਵੇਂ ਅਸੀਂ ਦੇਖਦੇ ਹਾਂ, ਸੋਚੈ ਸੋਚ ਨਾ ਹੋਵੇ, ਜਿਹੜਾ ਧਰਮ ਸੁਚਮਤਾ 'ਤੇ ਖੜਾ ਹੈ। ਜਸਟ ਸਮ ਸੋਰਟ ਆਫ ਜਿਹੜੀ ਵੱਖਰੇ ਰਿਲੀਜੀਅਸ ਸ਼ਰਾਈਨ ਨੇ, ਉਹਨਾਂ ਦੇ ਉੱਤੇ ਐਜ਼ ਏ ਪਿਲਗ੍ਰਿਮ ਜਾ ਕੇ ਵਿਜ਼ਿਟ ਕਰਨਾ, ਉੱਥੇ ਜਾ ਕੇ ਬਾਥਿੰਗ ਲੈਣੀ, ਉੱਥੇ ਜਾ ਕੇ ਤੀਰਥਾਂਤੂ ਬਣਨਾ, ਤੀਰਥ ਕਰਨੇ, ਇਸ ਸਭ ਚੀਜ਼ਾਂ ਦੇ ਉੱਤੇ ਗੁਰੂ ਬਾਬਾ ਜੀ ਇੱਥੋਂ ਹੀ ਬਾਤ ਸ਼ੁਰੂ ਕਰਦੇ। ਤੇ ਅਹਿਸਾਸ ਇਹ ਕਰਾਉਂਦੇ, ਬੰਦੇ ਭਾਵੇਂ ਜੀਵਨ ਲਾ ਦੇ ਇਸ ਪਾਸੇ, ਇਹਦੇ ਨਾਲ ਅੰਦਰ ਨਹੀਂ ਤੁਪ ਸਕਣਾ। ਫਿਰ ਉਸੇ ਖਿੱਤੇ ਦੇ ਜਿੱਥੇ ਬਹੁਤ ਜ਼ਿਆਦਾ ਸਮਾਧੀ ਦੀ ਗੱਲ ਹੋਏ, ਚੁੱਪ ਰਹਿਣ ਦੀ ਗੱਲ ਹੋਏ, ਜਸਟ ਜਿਹਨੂੰ ਅਸੀਂ ਅੱਜ ਕੱਲ੍ਹ ਬਰੀਥਿੰਗ ਐਕਸਰਸਾਈਜ਼ ਵਿੱਚ ਵੇਖਦੇ ਹਾਂ ਸਭ, ਗੁਰੂ ਬਾਬਾ ਜੀ ਨੇ ਉਹਦੇ 'ਤੇ ਵੀ ਕੌਮੈਂਟ ਕੀਤਾ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਮਨ ਰੱਬ ਹੈ ਤੇ ਮਨ ਜੋ ਕਹਿੰਦਾ ਉਹ ਕਰ ਲਵੋ, ਭੁੱਖਿਆਂ ਭੁੱਖ ਨਾ ਉਤਰੀ। ਮਨ ਦੀ ਭੁੱਖ ਕਦੀ ਨਹੀਂ ਉਤਰ ਸਕਦੀ। ਸਾਰੀ ਉਮਰ ਲੱਗੇ ਰਹੋ, ਜੋ ਮਰਜ਼ੀ ਇਸ ਮਨ ਨੂੰ ਪ੍ਰੋਵਾਈਡ ਕਰ ਦਿਓ, ਅਲਟੀਮੇਟਲੀ ਇਸ ਮਨ ਦੀ ਜਿਹੜੀ ਕ੍ਰੇਵਿੰਗ ਆ, ਦੈਟ ਇਜ਼ ਨੋਨ ਗੋਨਾ ਐਲੀਮੀਨੇਟ, ਉਹ ਨਹੀਂ ਖਤਮ ਹੋਣੀ। ਸੋ ਇਹ ਸਾਰੀ ਬਾਤ ਕਰਦੇ ਹਾਂ। ਬਾਬਾ ਜੀ ਨੇ ਫਿਰ ਬਾਤ ਕੀਤੀ, ਸਚਿਆਰ ਹੋਈਏ। ਸਚਿਆਰ ਹੋਵਾਂਗੇ ਕਿਵੇਂ? ਕਿਵ ਸਚਿਆਰਾ ਹੋਈਏ? ਫਿਰ ਉਹਦੇ ਲਈ ਕਿਆ ਤਰੀਕਾ ਤੇ ਇੱਕ ਹੀ ਹੈ, ਹੁਕਮ ਰਜ਼ਾਈ ਚੱਲਣਾ। ਰੱਬੀ ਰਜ਼ਾ ਤੋਂ ਉਹਦੇ ਹੁਕਮ ਨੂੰ, ਜਿਹੜਾ ਲਾ ਆਫ ਕੋਜ਼ਮੋ ਆ, ਜਿੰਨਾ ਉਸ ਨੂੰ ਨੇੜੇ ਹੋ ਕੇ ਐਕਸਪੀਰੀਅੰਸ ਕਰੋਗੇ, ਅੰਡਰਸਟੈਂਡ ਕਰੋਗੇ, ਫੋਲੋ ਕਰੋਗੇ, ਸਚਿਆਰ ਹੋ ਜਾਓਗੇ, ਇੰਜੋਏ ਕਰੋਗੇ ਵਨਨੈਸ ਵਿਦ ਆਲਮਾਈਟੀ, ਵਿਦ ਰੀਅਲ ਸੈਲਫ, ਵਿਦ ਰੀਅਲ ਸੈਂਸ। ਉਸ ਰੂਪ ਵਿੱਚ ਬਾਤ ਆ ਗਈ। ਸੋ ਇਹ ਦੋ ਪੌੜੀਆਂ ਸ਼ੁਰੂ ਵਿੱਚ ਆ ਗਈਆਂ। ਪਹਿਲੀ ਇਸ ਰੂਪ ਵਿੱਚ, ਦੂਸਰੀ ਫਿਰ ਹੁਕਮ ਦੀ, ਉਹਦੀ ਵਿਆਖਿਆ ਦੇ ਵਿੱਚ। ਫਿਰ ਮਹਾਰਾਜ ਨੇ ਜਿਹੜੀ ਤੀਸਰੀ ਪੌੜੀ ਲਿਖੀ, ਉਹਦੇ 'ਚ ਗੁਰੂ ਬਾਬਾ ਜੀ ਨੇ ਕਿਹਾ ਕਰਨਾ ਕੀ ਹੈ। ਗਾਵੈ ਕੋ ਤਾਣ ਹੋਵੇ ਕਿਸੇ ਤਾਣ। ਗਾਉਣ ਤੋਂ ਬਾਅਦ ਸ਼ੁਰੂ ਹੋ ਗਈ, ਗਾਵੋ, ਅਲਾਪੋ, ਬੋਲੋ, ਕਹੋ। ਇਸ ਕਿਸਮ ਦੀਆਂ ਗੱਲਾਂ ਆਈਆਂ। ਜਿਵੇਂ ਬੀਤੇ ਕੱਲ ਆ ਰਹੀ ਸੀ, ਲੱਖ ਜੀਵਾ ਦੇਹ ਮੇਰੇ ਪਿਆਰੇ। ਮੈਂ ਬੇਨਤੀ ਕਰ ਰਹੀ ਸੀ, ਬੰਦੇ ਕੋਲ ਤੇ ਇੱਕ ਜੀਭ ਨਹੀਂ ਸੰਭਾਲੀ ਜਾਂਦੀ, ਲੱਖਾਂ ਕਿਵੇਂ ਸੰਭਾਲੇਗਾ? ਅੱਜ ਇੱਕ ਜੀਭ ਦੇ ਨਾਲ ਹੀ ਮੁਫਾਦ ਇੰਨੇ ਵਧੇ ਪਏ ਨੇ, ਇਤਨਾ ਝਗੜਾ, ਇਤਨਾ ਪਰਿਵਾਰਾਂ 'ਚ, ਹੋਰ ਜਗ੍ਹਾ ਦੇ ਉੱਤੇ। ਤੇ ਫਿਰ ਬੋਲਣ ਨਾਲ ਹੀ ਰਿਸ਼ਤੇ, ਬੋਲਣ ਨਾਲ ਹੀ ਸਨੇਹ, ਤੇ ਜੇ ਬੋਲਣਾ ਨਹੀਂ ਆਉਂਦਾ ਉਹਦੇ ਨਾਲ ਹੀ ਕਲੇਸ਼, ਉਹਦੇ ਨਾਲ ਹੀ ਝਗੜਾ। ਤੇ ਫਿਰ ਲੋਕ ਇੱਕ ਦੂਜੇ ਨੂੰ, ਜੇ ਬੱਚੇ ਕੁੱਟੀ ਕਰਦੇ ਨੇ, ਤੁਸੀਂ ਦੇਖਿਆ ਹੈਗਾ, ਆਪਾਂ ਬੋਲਣਾ ਹੀ ਬੰਦ ਕਰ ਦਿੱਤਾ। ਬੋਲਣਾ ਕਿਉਂ ਬੰਦ ਕਰਤਾ? ਕਿਉਂਕਿ ਬੋਲਣ ਦੀ ਤਰਤੀਬ ਨਹੀਂ ਆ ਰਹੀ, ਪਤਾ ਨਹੀਂ ਲੱਗ ਰਿਹਾ ਕੀ ਕੀਤਾ ਜਾਏ। ਬੋਲਤ ਬੋਲਤ ਬੜ੍ਹੈ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਗੁਰੂ ਸਾਹਿਬ ਕਹਿੰਦੇ ਜਿੰਨਾ ਬੋਲਿਆ ਜਾਂਦਾ ਉਹਨੇ ਵਕਾਰ ਵੱਧਦੇ, ਉਨੀ ਅਲਾਮਤ ਹੋਰ ਵੱਧਦੀ। ਸੋ ਇਸ ਕਰਕੇ ਇਹ ਸਾਰੇ ਦੇ ਮਹਾਰਾਜ ਨੇ ਕਿਹਾ ਲੱਖਾਂ ਜੀਬਾਂ ਹੋਣ, ਪਰ ਤੇਰੇ ਨਾਮ ਵਾਸਤੇ ਹੋਣ। ਅਛਿਆਈ, ਚੰਗਿਆਈ, ਸ਼ੁਭਤਾ, ਮਿਠਾਸ, ਗੁਣ ਵੰਡਣ ਵਾਸਤੇ ਹੋਣ। ਇਹਦੀ ਬਾਤ ਕੀਤੀ ਗਈ। ਹੁਣ ਅੱਜ ਬਾਤ ਆਈ ਕਰਨ ਸੁਣਨ ਦੀ। ਜਪਜੀ ਸਾਹਿਬ ਦੀ ਬਾਤ ਮੈਂ ਪਾ ਰਿਹਾ ਸੀਗਾ, ਤੁਸੀਂ ਦੇਖੋਗੇ ਪਹਿਲਾਂ ਗਾਵੇ ਤੇ ਬਾਤ ਆਈ, ਫਿਰ ਜਿਵੇਂ ਅੱਗੇ, ਕਿਉਂਕਿ ਪੋਇਟਿਕ ਸਿਸਟਮ ਵਿੱਚ ਗੁਰੂ ਸਾਹਿਬ ਰਚਨਾ ਰਚਦੇ, ਅੱਗੇ ਜਾ ਕੇ ਫਿਰ ਸੁਣਿਆਂ ਦੇ ਸੰਕਲਪ ਨੂੰ, ਉਸ ਪੂਰੇ ਹੋਲ ਕੰਪੋਨੈਂਟ ਨੂੰ ਸਾਡੇ ਸਾਹਮਣੇ ਪ੍ਰੈਜ਼ੈਂਟ ਕਰਦੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ।
ਜਿਸ ਖਿੱਤੇ ਦੇ ਵਿੱਚ ਸਿੱਧਾਂ ਪੀਰਾਂ ਦੇਵਤਿਆਂ ਨਾਥਾਂ ਦੀ ਆਰਾਧਨਾ ਹੁੰਦੀ ਹੋਏ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ, ਉੱਥੇ ਗੁਰੂ ਬਾਬਾ ਜੀ ਨੇ ਕਿਹਾ ਆਹ ਜੀਵਨ ਜਾਚ ਕਿਉਂ ਨਹੀਂ ਅਪਣਾ ਲੈਂਦਾ? ਸੁਣਿਆ, ਸੁਣਨ ਦੀ। ਹੁਣ ਕਈ ਵਾਰ ਦਾਨੇ ਲੋਕ ਕਹਿੰਦੇ ਨੇ ਸੁਣਨਾ ਕੀ ਹੈ? ਸੁਣਿਆ ਤੇ ਹੈ ਮਹਾਰਾਜ ਕਿਤੇ ਸੁਣ ਕੇ, ਵਟ ਟੂ ਲਿਸਨ, ਉਹ ਕੀ ਹੈਗਾ? ਭਾਈ ਗੱਲ ਇਹ ਹੈ, ਜੋ ਕੁਝ ਵੀ ਕਾਇਨਾਤ ਵਿੱਚ ਵਾਪਰਦਾ ਆ ਅਸੀਂ ਸਭ ਨੂੰ ਸੁਣ ਵੀ ਸਕਦੇ ਹਾਂ, ਓਬਜ਼ਰਵ ਵੀ ਕਰ ਸਕਦੇ ਹਾਂ। ਪਰ ਇਹਦੇ ਨਾਲ ਦੀ ਨਾਲ ਜਿਸ ਚੀਜ਼ ਨੂੰ ਅਸੀਂ, ਸਮਟਾਈਮ ਪੀਪਲ ਆਸਕ ਕੁਐਸਚਨ ਇਨ ਦਿਸ ਵੇ, what is the difference between hearing and listening? Matlab, if any kind of sounds are happening, if we are in that surrounding area, definitely our actually ears are getting some information, some sounds, some kind of, you can say, ਜਿਹੜੀਆਂ ਆਵਾਜ਼ਾਂ voices ਆ ਰਹੀਆਂ ਉਸ ਰੂਪ ਦੇ ਵਿੱਚ hearing ਤੇ ਹੋ ਰਹੀ ਹੈ। but when it's going to convert in listening, ਜਦੋਂ one is ready to attend in an attentive way, that means listening is happening. ਇਹ ਰੂਪ ਜਿਹੜਾ ਆ, ਚੀਜ਼ਾਂ ਤੇ ਬੜੀਆਂ ਕਹੀਆਂ ਜਾਂਦੀਆਂ ਨੇ, ਬੜੀਆਂ ਬੋਲੀਆਂ ਜਾਂਦੀਆਂ ਨੇ, ਪਰ ਸੁਣਨਾ ਆ ਜਾਏ, ਸੁਣ ਕੇ ਪ੍ਰੋਸੈਸ ਕਰਨਾ ਆ ਜਾਏ। ਆਪ ਦੇਖੋਗੇ ਕਿ ਇਹ ਚੀਜ਼ ਇੱਕ ਇਕੱਲਾ ਇਹ ਨਹੀਂ ਹੁੰਦਾ ਕਿ ਇੱਕ ਇੰਡੀਵਿਜੂਅਲ ਸਿਰਫ ਸੁਣਨ ਲੱਗ ਜੇ ਤੇ ਕੰਮ ਸ਼ੁਰੂ ਹੋ ਜਾਂਦਾ ਆ। ਇੱਕ ਕਮਿਊਨਿਟੀ ਐਕਟ ਹੈ ਸਾਰਾ, ਜੇ ਸਹੀ ਰੂਪ ਵਿੱਚ ਕਿਹਾ ਜਾਏ ਤੇ। ਅਸੀਂ ਇਸ ਨਾਰਥ ਅਮਰੀਕਨ ਕੰਟਰੀ 'ਚ ਰਹਿੰਦੇ ਹਾਂ, ਕੈਨੇਡਾ 'ਚ ਰਹਿੰਦੇ ਹਾਂ। ਹਾਲਾਂਕਿ ਹਾਲਾਤ ਇੱਥੇ ਵੀ ਲਗਾਤਾਰ ਪੋਲੀਟੀਕਲੀ ਹੋਰ ਲੈਵਲ 'ਤੇ ਬੜੇ ਕਰਪਟ ਤੇ ਬੜੇ ਲੋਕਾਂ ਦੀ ਨਾਉਮੀਦਗੀ ਹੋਈ ਜਾ ਰਹੀ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਦੌਰ ਰਿਹਾ ਇੱਥੇ ਜਿਹਦੇ 'ਚ ਇਫ ਗੌਰਮੈਂਟ ਆਫਿਸਰਸ ਔਰ ਗੌਰਮੈਂਟ ਐਕਚੁਅਲੀ ਜਿਹੜੇ ਸਟੇਟ ਐਕਟਰਸ ਹੈਗੇ ਨੇ, ਜੋ ਕੁਛ ਬੋਲਦੇ ਨੇ ਲੋਕ ਉਹਨੂੰ ਧਿਆਨ ਨਾਲ ਸੁਣਦੇ ਨੇ। ਮਤਲਬ ਧਿਆਨ ਨਾਲ ਇਸ ਕਰਕੇ ਸੁਣਦੇ ਕਿਉਂਕਿ ਉਹਨੂੰ ਮੰਨਦੇ, ਉਹਨੂੰ ਪ੍ਰੋਸੈਸ ਕਰਦੇ, ਉਸ ਨੂੰ ਅਡਾਪਟ ਕਰਦੇ, ਉਹਨੂੰ ਮੈਨੀਫੈਸਟ ਕਰਦੇ। ਜਿਸ ਖਿੱਤੇ ਤੋਂ ਅਸੀਂ ਆਏ ਹਾਂ ਉੱਥੇ ਇਸ ਕਿਸਮ ਦੀ ਬਾਤ ਨਹੀਂ ਹੈ। ਉੱਥੇ ਅਥਾਰਟੀਜ਼ ਕੀ ਕਹਿ ਰਹੀਆਂ ਨੇ ਜਾਂ ਈਵਨ ਸੋਸ਼ਲ ਸੈਟਿੰਗਸ 'ਚ ਕੀ ਕਿਹਾ ਜਾਂਦਾ ਆ, ਇਹ ਸਭ ਚੀਜ਼ਾਂ ਦੇ ਵਿੱਚ ਲੋਕੀ ਮਨ ਆਈਆਂ ਕਰਦੇ। ਜੋ ਅੰਦਰ ਆਉਂਦੀ, ਜੋ ਬਾਹਰੋਂ ਫੀਲ ਕੀਤਾ ਜਾਂਦਾ ਉਹ ਨਾ ਕੀਤਾ ਜਾਂਦਾ। ਇਹਦੇ ਨਾਲ ਜਿਹੜਾ ਕੇਓਸ ਆ, ਜਿਹੜੀ ਇੱਕ ਮਤਲਬ ਕਿਹਾ ਜਾਏ ਕਿ ਇੱਕ ਖਰਾਬ ਹਾਲਾਤ ਆ, ਉਹ ਲਗਾਤਾਰ ਹੋਰ ਖਰਾਬ ਹੁੰਦੇ ਜਾਣ। ਇਹਨੂੰ ਹੋਰ ਸਰਲ ਕਰ ਲਿਆ ਜਾਏ। ਇੱਕ ਟੀਚਰ ਆ ਕਲਾਸ ਦੇ ਵਿੱਚ ਕੁਝ ਇੰਸਟਰਕਟ ਕਰਦਾ ਆ ਅਤੇ ਸਟੂਡੈਂਟਸ ਉਹਦੀ ਇੰਸਟਰਕਸ਼ਨਸ ਨੂੰ ਧਿਆਨ ਹੀ ਨਹੀਂ ਦਿੰਦੇ, ਦੈਨ ਕੀ ਹੋਏਗਾ? ਜਿਹੜੀ ਨੈਕਸਟ ਇਨਫੋਰਮੇਸ਼ਨ ਦੇਣੀ ਹੈ, ਜੋ ਉਹਨੇ ਸ਼ੇਅਰ ਕਰਨਾ ਹੈ, ਜੋ ਇਨਫੋਰਮੇਸ਼ਨ ਤੱਕ ਪਹੁੰਚਾਉਣੀ ਹੈ, ਉਹ ਨਹੀਂ ਪਹੁੰਚ ਪਾਏਗੀ। ਸੋ ਸੁਣਨਾ ਇੱਕ ਬੜਾ ਹਾਇਰ ਲੈਵਲ ਦਾ ਐਕਟ ਹੈ, ਜਿਹਨੂੰ ਬੰਦੇ ਨੂੰ ਹਰ ਹਾਲ ਦੇ ਵਿੱਚ ਜਿਹੜਾ ਸਮਝਣਾ ਚਾਹੀਦਾ ਹੈਗਾ। ਜਦੋਂ ਆਪਾਂ ਸੰਸਾਰ ਵਿੱਚ ਵਿਚਰਦੇ ਹਾਂ, ਇਹਦੇ ਵਿੱਚ ਕੂੜ ਵੀ ਹੈ, ਸੱਚ ਵੀ ਹੈ, ਹਰ ਚੀਜ਼ ਤੁਹਾਡੇ ਕੰਨਾਂ 'ਚ ਪੈ ਰਹੀ ਹੈ ਇਸ ਤਰੀਕੇ ਦੇ ਨਾਲ। ਪਰ ਹੁਣ ਕੁਝ ਐਸੇ ਸੋਰਸਿਸ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਡੀਪਲੀ ਅਟੈਂਡ ਕਰਦੇ ਹੋ ਵੀ ਹਾਂ ਆਹ ਚੀਜ਼ ਜਿਹੜੀ ਹੈ ਇਹ ਸੁਣਨੀ ਚਾਹੀਦੀ ਹੈ, ਇਹਨੂੰ ਪ੍ਰੋਸੈਸ ਕਰਨਾ ਚਾਹੀਦਾ ਹੈਗਾ। ਇਹ ਕੁਝ ਅਥਾਰਟੀਜ਼, ਕੁਝ ਇੰਸਟੀਟਿਊਸ਼ਨਸ, ਕੁਝ ਸ਼ਖਸੀਅਤਾਂ ਇਸ ਰੂਪ ਵਿੱਚ ਹੁੰਦੀਆਂ। ਜਦੋਂ ਸੁਣਨ ਦੀ ਗੱਲ ਹੋ ਰਹੀ ਹੈ, ਕਿਹਨੂੰ ਸੁਣਿਆ ਜਾਏ? ਗੁਰੂ ਨਾਨਕ ਸਾਹਿਬ ਦਾ ਇੱਕ ਕਰੈਕਟਰ ਬਿਲਡ ਹੁੰਦਾ ਹੈ। ਲੋਕ ਕਹਿੰਦੇ ਇਹਨਾਂ ਨੂੰ ਸੁਣਿਆ ਜਾਏ। ਬਾਣੀ ਸੁਣੋ, ਬਚਨ ਸੁਣੋ, ਬੋਲ ਸੁਣੋ, ਕਿਹਦੇ ਸੁਣੇ ਜਾਣ? ਗੁਰੂ ਸਾਹਿਬ ਦੀ ਬਾਣੀ ਸੁਣੀ ਜਾਏ। ਇਸ ਤਰੀਕੇ ਨਾਲ ਗੁਰੂ ਸਾਹਿਬ ਨੇ ਇੱਕ ਕਮਿਊਨਿਟੀ, ਇੱਕ ਇੰਸਟੀਟਿਊਸ਼ਨ, ਇੱਕ ਪੂਰੀ ਜੀਵਨ ਜਾਚ, ਇੱਕ ਵੇ ਆਫ ਲਾਈਫ ਜਿਹੜੀ ਹੈ ਉਹ ਸਥਾਪਿਤ ਕੀਤੀ। ਇਹ ਹੈ। ਅਦਰਵਾਈਜ਼ ਬੰਦਾ ਬੜਾ ਕਈ ਵਾਰੀ ਕਨਫਿਊਜ਼ ਰਹਿੰਦਾ ਹੈ, ਵਟ ਟੂ ਲਿਸਨ। ਸੁਣਿਆ ਬਟ ਆਈ ਡੋਂਟ ਨੋ ਵਟ ਇਜ਼ ਦ ਰੀਅਲ ਸੋਰਸ ਆਫ ਲਿਸਨਿੰਗ। ਬਾਬਾ ਜੀ ਕਿਹਨੂੰ ਰੈਫਰ ਕਰ ਰਹੇ ਨੇ ਸੁਣਨ ਬਾਰੇ, ਕਿਸ ਕਿਸਮ ਦੀ ਬਾਤ ਹੋ ਰਹੀ ਹੈ? ਭਾਈ ਸੁਣੋ। ਫਿਰ ਇਸ ਬਾਣੀ ਦੇ ਵਿੱਚ ਫਿਰ ਵਿਆਖਿਆ ਵੀ ਕੀਤੀ ਹੈ। ਵਿਆਖਿਆ ਕੀਤੀ ਹੈ ਕਿ ਉਹਨਾਂ ਚੀਜ਼ਾਂ ਨੂੰ ਸੁਣੋ ਜਿਹਦੇ ਵਿੱਚ ਵਡਿਆਈਆਂ ਨੇ, ਗੁਣ ਨੇ, ਖੂਬੀਆਂ ਨੇ, ਚੰਗਿਆਈਆਂ ਨੇ,
ਤੁਹਾਨੂੰ ਅੱਛਾ ਕਰਨ ਦੀ ਪ੍ਰੇਰਨਾ ਹੈ, ਤੁਹਾਨੂੰ ਅੱਛੇ ਬਣਨ ਦੀ ਪ੍ਰੇਰਨਾ ਹੈ, ਤੁਹਾਨੂੰ ਮਨੁੱਖਤਾ ਦੇ ਰਾਹ ਦੇ ਉੱਤੇ ਤੁਰਨ ਦੀ ਪ੍ਰੇਰਨਾ ਹੈ, ਉਹਨਾਂ ਚੀਜ਼ਾਂ ਨੂੰ ਸੁਣੋ। ਹੁਣ ਇਹ ਚੀਜ਼ ਸੁਣਨ ਦੀ ਬਾਤ ਗੁਰੂ ਮਹਾਰਾਜ ਜ਼ਿਕਰ ਕਰਦੇ ਕਿ ਹੇ ਕਰਤਾਰ ਕੋਟ ਕਰਨ ਦੀ ਜੈ। ਚੰਗੀ ਗੱਲ ਤੇ ਬੰਦਾ ਇੱਕ ਕੰਨ ਨਾਲ ਨਹੀਂ ਸੁਣਦਾ, ਹਾਲਾਂਕਿ ਕੰਨ ਤੇ ਦੋ ਹੁੰਦੇ, ਬਟ ਲਿਸਨਿੰਗ ਦੀ ਇੱਕੋ ਹੀ ਹੈ ਨਾ। ਮਤਲਬ ਇਹ ਤਾਂ ਨਹੀਂ ਹੋ ਸਕਦਾ ਇਸ ਕੰਨ ਨਾਲ ਆਪਾਂ ਹੋਰ ਸੁਣ ਸਕਦੇ, ਇਹਦੇ ਨਾਲ ਕੁਝ ਹੋਰ ਸੁਣ ਲਈਏ। ਨੋ, ਅੱਜ ਕੱਲ੍ਹ ਸਾਨੂੰ ਜਿਹੜੇ ਖਾਸ ਕਰਕੇ ਈਅਰਫੋਨ ਵਗੈਰਾ ਮਿਲ ਜਾਂਦੇ ਨੇ, ਤੁਸੀਂ ਇਸ ਕੰਨ 'ਚ ਇੱਕ ਚੀਜ਼ ਲਗਾ ਲਓ, ਦੂਜੇ 'ਚ ਦੂਜੀ ਲਗਾ ਲਓ, ਦੋਨਾਂ ਨੂੰ ਲਗਾਉਣਾ ਸ਼ੁਰੂ ਚਲਾ ਦਿਓ, ਤੁਸੀਂ ਅਟੈਂਡ ਨਹੀਂ ਕਰ ਪਾਓਗੇ, ਇੱਕੋ ਚੀਜ਼ ਅਟੈਂਡ ਕਰੋਗੇ। ਸੋ ਸੁਣਨ ਦੀ ਸ਼ਕਤੀ ਤੇ ਹੈ, ਉਸ ਸੁਣਨ ਦੀ ਸ਼ਕਤੀ ਦਾ ਜਿਹੜਾ ਪ੍ਰੋਸੈਸ ਕਰਨਾ ਆ, ਉਸ ਨੂੰ ਉਸ ਲੈਵਲ ਤੇ ਅਟੈਂਡ ਕਰਨ ਦੀ ਬਾਤ ਆ ਭਈ, ਉਹ ਸਹੀ ਤਰੀਕੇ ਨਾਲ ਕਰੋ। ਇੱਥੇ ਤੇ ਇੱਕ ਸੁਣਨ ਦੀ ਸ਼ਕਤੀ ਦਾ ਇਸਤੇਮਾਲ ਬੰਦਾ ਨਹੀਂ ਕਰ ਰਿਹਾ। ਜੇ ਕਰੋੜਾਂ ਦੀ ਮੰਗ ਕਰ ਲੇ, ਕਰੋੜਾਂ ਲੈ ਲਵੇ, ਫਿਰ ਕਿੱਥੇ ਲਗਾਏਗਾ? ਇੱਥੇ ਤਾਂ ਹੀ ਹੋ ਪਾਏਗਾ ਨਾ ਜੇ ਬੰਦੇ ਨੂੰ ਲੱਗੇਗਾ ਕਿ ਹਾਂ ਇੱਕ ਨੂੰ ਮੈਂ ਸਫੀਸ਼ੀਐਂਟ, ਮੈਂ ਸਹੀ ਤਰੀਕੇ ਨਾਲ ਯੂਜ਼ ਕਰ ਲਿਆ, ਮੈਂ ਉਹਦਾ ਇਸਤੇਮਾਲ ਕਰ ਰਿਹਾ ਸਹੀ ਤਰੀਕੇ ਦੇ ਨਾਲ। ਇਹਨੂੰ ਹੋਰ ਸਰਲ ਕਰ ਦੇਵਾਂ, ਜਿਵੇਂ ਸਪੋਜ਼ ਇਹਨਾਂ ਮੁਲਕਾਂ ਦੇ ਤੁਸੀਂ ਦੇਖਿਆ ਕਿ ਮੈਂ ਖੁਦ ਬੱਚਿਆਂ ਨੂੰ ਦੇਖਿਆ ਇਸ ਤਰੀਕੇ ਨਾਲ ਕਿ ਇਫ ਦੇ ਗੋ ਟੂ ਬਾਏ ਸਮ ਸਟਫ ਫਾਰ ਸਕੂਲ, ਸਪੈਸ਼ਲੀ when the new actually school year starts, what they do, they try to buy more pencils, more sharpeners, more books, but sometime parents say you don't need that much. Few pencil will be actually sufficient for you, few books will be sufficient for you, but ਮਤਲਬ ਉਹਨੂੰ ਲੱਗਦਾ ਕਿ ਹੋਰ ਲੈ ਲਾਂਗੇ। ਤੇ ਜੇ ਬੱਚਾ ਇਹ ਸੋਚ ਲਵੇ ਕਿ ਮੇਰੇ ਕੋਲ ਜ਼ਿਆਦਾ ਕਿਤਾਬਾਂ ਹੋਣਗੀਆਂ, ਜ਼ਿਆਦਾ ਮੇਰੇ ਕੋਲ ਪੈਨਸਿਲਸ ਹੋਣਗੀਆਂ, ਮੈਂ ਜ਼ਿਆਦਾ ਇੰਟੈਲੀਜੈਂਟ ਹੋ ਜਾਵਾਂਗਾ। ਮੈਂ ਤਾਂ ਹੋਰ ਇਹਨੂੰ ਸਰਲ ਕਰਕੇ ਬਿਆਨ ਕਰ ਦਿੰਦਾ ਵਾਂ। ਆਪਾਂ ਇਸ ਲੈਂਡ 'ਤੇ ਬੈਠੇ ਹਾਂ ਜਿਹਨੂੰ ਲੈਂਡ ਆਫ ਅਪੋਰਚੁਨਿਟੀਜ਼ ਕਿਹਾ ਜਾਂਦਾ ਹੈ, ਪਰ ਆਪ ਹੈਰਾਨ ਹੋਵੋਗੇ ਜਿੰਨੀ ਖਾਸ ਕਰਕੇ ਇਨੋਵੇਟਿਵ ਇੰਡਸਟਰੀ ਹੈ, ਜਿਹੜੀ ਨਵੇਂ ਕਿਸਮ ਦੀ ਦੁਨੀਆ ਲਿਆ ਰਹੀ ਹੈ ਟੈਕਨੋਲੋਜੀ ਸਾਈਡ ਤੋਂ ਹੋਰ ਜਗ੍ਹਾ 'ਤੇ, ਉਹਨਾਂ 'ਚ ਜਿਹੜੀ ਵੱਡੀ ਵਰਕ ਫੋਰਸ ਆ ਉਹ ਨਾਰਥ ਅਮਰੀਕਾ ਨਹੀਂ ਪ੍ਰੋਡਿਊਸ ਕਰ ਰਿਹਾ, ਉਹ ਪ੍ਰੋਡਿਊਸ ਕਰ ਰਹੇ ਨੇ ਜਿਨ੍ਹਾਂ ਨੂੰ ਥਰਡ ਵਰਲਡ ਇਕੋਨਮੀ ਕਿਹਾ ਜਾਂਦਾ ਹੈ, ਜਿਹਦੇ 'ਚ ਬੜੀ ਗੁਰਬਤ ਵੀ ਹੈ, ਬੜੀ ਸਟਰਗਲ ਵੀ ਹੈ। ਇੰਡੀਆ ਵੀ ਆਉਂਦਾ ਉਹਦੇ ਵਿੱਚ ਅਫਰੀਕਾ ਦਾ ਵੱਡਾ ਹਿੱਸਾ ਆਉਂਦਾ ਹੈ, ਹੋਰ ਬਹੁਤ ਸਾਰੇ ਮਮਾਲਿਕ ਆਉਂਦੇ ਨੇ। ਇਹਦਾ ਮਤਲਬ ਇੱਥੋਂ ਤੱਕ ਵੀ ਮਤਲਬ ਲੋਕਾਂ ਨੇ ਕਿਹਾ ਆ ਕਿ ਉਹ ਬੱਚੇ ਵੀ ਪੜ੍ਹ ਰਹੇ ਨੇ ਜਿਨ੍ਹਾਂ ਦੇ ਕੋਲ ਬੁੱਕਸ ਅਫੋਰਡ ਕਰਨ ਦੀ ਅਫੋਰਡੇਬਿਲਿਟੀ ਨਹੀਂ ਹੈ, ਜਿਨ੍ਹਾਂ ਦੇ ਕੋਲ ਲਾਇਬ੍ਰੇਰੀਜ਼ ਤੋਂ ਬੁੱਕਸ ਬੋਰੋ ਕਰਕੇ ਪੜ੍ਹ ਰਹੇ ਨੇ, ਜਿਹੜੇ ਸਭ ਕੁਝ ਬਾਏ ਕਰ ਸਕਦੇ ਨੇ ਆਪਣੇ ਲਈ ਨਹੀਂ ਹੋਰਾਂ ਲਈ ਵੀ, ਜਿਨ੍ਹਾਂ ਕੋਲ ਸਫੀਸ਼ੀਐਂਟ ਅਮਾਊਂਟ ਆ, ਉਹ ਫੇਲ ਹੋ ਰਹੇ ਨੇ। ਇੱਥੇ ਪਤਾ ਲੱਗਾ ਕਿ ਬੰਦੇ ਨੂੰ ਪਤਾ ਹੋਏ ਜਿਹੜੀ ਐਨਰਜੀ, ਜਿਹੜੇ ਸੋਰਸਿਸ ਉਹਨੂੰ ਮਿਲੇ ਨੇ, ਉਹਨਾਂ ਨੂੰ ਸਹੀ ਰੂਪ ਵਿੱਚ ਇਸਤੇਮਾਲ ਕਰੇ, ਯੂਜ਼ ਕਰੇ। ਜਿਵੇਂ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਆਪਾਂ ਗੁਰੂ ਕੋਲੋਂ, ਰੱਬ ਕੋਲੋਂ ਮੰਗੀਏ ਦਾਤਾ, ਜੇ ਸਾਨੂੰ ਲਿਟਰਲੀ ਤੌਰ 'ਤੇ ਕਈ ਵਾਰੀ ਲੋਕ ਕਹਿਣਗੇ ਭਾਈ ਸਾਹਿਬ ਅਰਦਾਸ ਕਰੋ, ਬਾਬਾ ਜੀ ਬਖਸ਼ਿਸ਼ ਕਰਨ, ਬਾਬਾ ਜੀ ਬਲੈਸ ਅਸ, ਐਟਲੀਸਟ ਹੋਰ ਕੁਛ ਨਹੀਂ, ਰੱਬ ਹੀ ਮਿਲ ਜਾਏ, ਰੱਬ ਦੀ ਜਾਚ ਹੀ ਆ ਜਾਏ, ਰੱਬ ਦੇ ਗੁਣ ਹੀ ਆ ਜਾਣ, ਇਸ ਕਿਸਮ ਦੀ ਗੱਲ। ਫਿਰ ਮੈਂ ਕਈ ਸੋਚਦਾ ਬਾਣੀ ਨੂੰ ਅਸੀਂ ਜੇ ਥੋੜ੍ਹਾ ਧਿਆਨ ਨਾਲ ਪੜ੍ਹੀਏ, ਬਾਣੀ ਕਹਿੰਦੀ ਹੈ ਜੋ ਤੈਨੂੰ ਇਸਤੇਮਾਲ ਕਰਨ ਲਈ ਦਿੱਤਾ ਗਿਆ, ਜਿਹੜੀ ਬਲੈਸਿੰਗ ਤੈਨੂੰ ਆਲਰੇਡੀ ਮਿਲੀ ਹੈ, ਤੂੰ ਉਸ ਨੂੰ ਅਵੇਲ ਕਰ ਰਿਹਾ। ਜੇ ਉਸੇ ਚੀਜ਼ ਨੂੰ ਅਵੇਲ ਨਹੀਂ ਕਰ ਰਿਹਾ, ਹੋਰ ਦੀ ਮੰਗ ਕਿਵੇਂ ਕਰ ਸਕਦਾ? ਹੋਰ ਦੀ ਮੰਗ ਤੇ ਉਹ ਕਰੇਗਾ ਨਾ ਜਿਹਨੇ ਆਲਰੇਡੀ ਉਹਨੂੰ ਯੂਜ਼ ਕਰ ਲਿਆ ਹੈ ਉਸ ਲੈਵਲ ਤੱਕ। ਜਿਹਨੇ ਅਜੇ ਇਹਨਾਂ ਦੋ ਕੰਨਾਂ ਦਾ ਇਸਤੇਮਾਲ ਨਹੀਂ ਕੀਤਾ ਚੰਗਾ ਸੁਣਨ ਵਾਸਤੇ, ਸਹੀ ਸੁਣਨ ਵਾਸਤੇ, ਸਹੀ ਅਟੈਂਡ ਕਰਨ ਵਾਸਤੇ, ਭਈ ਹੋਰ ਕੰਨ ਮਿਲ ਵੀ ਗਏ ਤੇ ਗਲਤ ਪਾਸੇ ਲਾਏਗਾ। ਕੰਨ ਤੇ ਉਹਨੂੰ ਮਿਲਣੇ ਚਾਹੀਦੇ ਨੇ ਜ਼ਿਆਦਾ ਜਿਸ ਨੂੰ ਅਟੈਂਡ ਕਰਨ ਦੀ ਜਾਚ ਆ। ਇੱਥੇ ਹੁਣ ਜ਼ਿਆਦਾ ਕੰਨ ਮੈਟਾਫੋਰ ਆ, ਇਹ ਨਹੀਂ 5 4 10 ਕੰਨ ਲੱਗ ਜਾਣਗੇ ਬੰਦੇ ਨੂੰ, ਨਾ ਹੀ ਕੋਈ ਇਸ ਕਿਸਮ ਦੀ ਕੋਈ ਸੁਪਰ ਨੈਚੁਰਲ ਪਾਵਰ ਦੀ ਗੱਲ ਹੋ ਰਹੀ ਹੈ। ਇਹ ਗੱਲ ਆ ਬੰਦੇ ਦੀ ਲਿਸਨਿੰਗ ਐਬਿਲਿਟੀ, ਇੰਟੈਂਟਿਵ ਲਿਸਨਿੰਗ ਆਉਣ ਦੀ, ਕੰਸਨਟ੍ਰੇਸ਼ਨ ਆਉਣ ਦੀ, ਉਹਦੀ ਬਾਤ ਹੋ ਰਹੀ ਹੈ। ਗੁਰੂ ਮਹਾਰਾਜ ਕਹਿੰਦੇ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਮੈਨੂੰ ਕਰੋੜਾਂ ਕਰਨ ਦੇ ਦੇ, ਕਰੋੜਾਂ ਕੰਨ ਦੇ ਦੇ, ਮੈਨੂੰ ਇਸ ਐਬਿਲਿਟੀ ਨਾਲ ਨਵਾਜ ਦੇ, ਮੇਰੀ ਸਰੋਤ ਸ਼ਕਤੀ ਕਿਤੇ ਸੱਜੇ ਖੱਬੇ ਨਾ ਜਾਏ। ਹੁਣ ਜਿਹੜੀ ਇਹ ਬਾਤ ਆ, ਇਹਨੂੰ ਇਸ ਤਰੀਕੇ ਨਾਲ ਹੋਰ ਲੈ ਲਈਏ ਕਿ ਸੁਣਨ ਦੇ ਨਾਲ ਹੀ ਚੀਜ਼ਾਂ ਬੰਦੇ ਦੇ ਸੁਰਤ ਵਿੱਚ,
ਜਿਹਨੂੰ ਕਹਿ ਲਓ ਕਿ ਕਾਰਵ ਹੁੰਦੀਆਂ ਨੇ ਜਾਂ ਪਲਾਂਟ ਹੁੰਦੀਆਂ ਨੇ, ਬੀਜੀਆਂ ਜਾਂਦੀਆਂ ਨੇ। ਜਿਵੇਂ ਸਾਡਾ ਜਿਹੜਾ ਪਰਸੀਵਿੰਗ ਸਿਸਟਮ ਆ ਸੁਰਤ ਦਾ, ਬੰਦੇ ਦੇ ਜ਼ਹਿਨੀਅਤ ਦਾ, ਬੰਦੇ ਦੇ ਮਾਈਂਡ ਦਾ, ਉਹ ਸਰੋਤ ਹੈ। ਜਿਸ ਚੀਜ਼ ਨੂੰ ਲਗਾਤਾਰ ਸਰੋਤ ਕਰੋਗੇ ਉਹ ਚੀਜ਼ ਤੁਹਾਡੇ ਅੰਦਰ ਪਰਪੱਕ ਹੁੰਦੀ ਜਾਏਗੀ। ਇਸੇ ਲਈ ਜਿਹੜਾ ਮਿਊਜ਼ੀਕਲ ਚੀਜ਼ਾਂ ਦਾ ਪ੍ਰਭਾਵ ਹੈ ਸਾਡੇ ਜੀਵਨ 'ਤੇ ਬਹੁਤ ਗਹਿਰਾ ਹੁੰਦਾ ਆ। ਮਿਊਜ਼ਿਕ ਲੋਕ ਜ਼ਿਆਦਾ ਸੁਣਦੇ, ਮਿਊਜ਼ਿਕ ਦੇ ਨਾਲ ਆ ਰਹੀਆਂ ਚੀਜ਼ਾਂ ਸਾਡੇ ਅੰਦਰ ਬਹੁਤ ਗਹਿਰੀਆਂ ਚਲੀਆਂ ਜਾਂਦੀਆਂ। ਆਪ ਅਹਿਸਾਸ ਕਰੋਗੇ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਕਿਰਸਾਨੀ ਰਿਲੇਟਿਡ ਇੱਕ ਲਗਾਤਾਰ ਸੰਘਰਸ਼ ਚੱਲਿਆ ਪਿੱਛੇ, ਉਹਦੇ ਅੰਦਰ ਜਿਸ ਕਿਸਮ ਦਾ ਮੂਵ ਦੇਖਿਆ ਜਾਂ ਮੋਮੈਂਟਮ ਦੇਖਿਆ ਲੋਕਾਂ ਨੇ, ਪੀਪਲ ਹੈਵਨਟ ਸੀਨ ਦੈਟ ਕਾਈਂਡ ਆਫ ਮੋਮੈਂਟਮ ਫਰੋਮ ਸੋ ਮੈਨੀ ਈਅਰਸ। ਉਹਦੇ 'ਚ ਵੱਡਾ ਰੋਲ ਜਿਹੜਾ ਆ ਉਹ ਗਾਉਣ ਵਾਲਿਆਂ ਦਾ ਆ, ਕਿਉਂਕਿ ਉਹਨਾਂ ਨੇ ਮਿਊਜ਼ੀਕਲ ਵੇ ਦੇ ਨਾਲ, ਖਾਸ ਕਰਕੇ ਇੱਕ ਦੋ ਸ਼ਖਸ ਇਹੋ ਜਿਹੇ ਜਿਨ੍ਹਾਂ ਨੇ ਬੜੇ ਮਤਲਬ ਮਿਊਜ਼ੀਕਲ ਵੇ ਦੇ ਨਾਲ ਕੁਝ ਮੈਸੇਜ ਕਨਵੇ ਕੀਤਾ, ਜਿਸ ਮੈਸੇਜ 'ਚ ਅਵੇਅਰਨੈਸ ਸੀ, ਜਿਸ ਮੈਸੇਜ ਦੇ ਵਿੱਚ ਥੋੜ੍ਹਾ ਜਿਹਾ ਹਲੂਣਾ ਵੀ ਸੀਗਾ, ਮਤਲਬ ਜਿਹਨੂੰ ਕਹਿ ਲਓ ਕਿ ਥੋੜ੍ਹਾ ਪਿੰਚ ਵੀ ਕਰਦਾ ਸੀ ਮੈਸੇਜ ਉਹ ਵੀ, ਭਾਈ ਬੰਦੇ ਤੂੰ ਕੀ ਹੋ ਰਿਹਾ ਤੈਨੂੰ। ਉਹਦੇ ਕਰਕੇ ਉਹ ਮੈਸੇਜ ਪਰਸੀਵ ਕਰ ਲਿਆ ਵੱਡੇ ਲੈਵਲ 'ਤੇ ਲੋਕਾਂ ਨੇ। ਇਹ ਚੀਜ਼ ਆ ਗਈ ਸਰੋਤ ਦੀ, ਇਹ ਸਮਰੱਥਾ ਆ। ਜਿੱਥੇ ਲਗਾਤਾਰ ਸਰੋਤ ਅੰਦਰ ਜਾਏਗੀ, ਅੰਦਰ ਚੀਜ਼ ਲਗਾਤਾਰ ਮਤਲਬ ਬੰਦਾ ਪਰਸੀਵ ਕਰੇਗਾ, ਪਲਾਂਟ ਕਰੇਗਾ, ਅਲਟੀਮੇਟਲੀ ਉਹ ਮੈਨੀਫੈਸਟ ਹੋਣੀ ਸ਼ੁਰੂ ਹੋ ਜਾਏਗੀ। ਰੱਬੀ ਗੁਣਾਤਮਕ ਪੱਖ ਤੋਂ ਵੀ ਇਹੋ ਗੱਲ ਹੈ, ਜਿਹੋ ਜਿਹੀ ਦੁਨੀਆ 'ਚ ਅੱਜ ਅਸੀਂ ਰਹਿ ਰਹੇ ਹੈਗੇ ਹਾਂ, ਇਹਦੇ ਅੰਦਰ ਸਾਨੂੰ ਜਿਹੜੀਆਂ ਚਲਾਉਣ ਵਾਲੀਆਂ ਫੋਰਸਿਸ ਨੇ, ਨੰਬਰ 1 ਤੇ ਵਿਦਾਊਟ ਐਨੀ ਡਾਊਟ ਗਰੀਡ ਹੈ, ਲਾਲਚ। ਲਾਲਚ ਵੀ ਇਤਨਾ ਜ਼ਿਆਦਾ ਹੈ ਕਿ ਪਦਾਰਥ ਦੀ ਚਮਕ ਜਿਹੜੀ ਹੈ ਉਹ ਅਲਿਊਰਿੰਗ ਵੇ ਦੇ ਨਾਲ ਅਟਰੈਕਟ ਕਰਦੀ ਹੈ ਅਤੇ ਬੰਦੇ 'ਚ ਕ੍ਰੇਵਿੰਗ ਜਨਰੇਟ ਹੋਣੀ ਸ਼ੁਰੂ ਹੋ ਜਾਂਦੀ ਹੈ। ਆਈ ਨੀਡ ਦਿਸ, ਆਈ ਨੀਡ ਦਿਸ, ਕਮਲਾ ਹੋ ਜਾਂਦਾ ਇਸ ਰੂਪ ਦੇ ਵਿੱਚ। ਉਸ ਸਾਰੇ ਦੇ ਵਿੱਚ ਸਹੀ ਗਲਤ ਦਾ ਰਾਹ ਵੀ ਭੁੱਲ ਜਾਂਦਾ। ਮੈਂ ਤਾਂ ਕਾਫੀ ਸਮੇਂ ਤੋਂ ਇੱਥੇ ਪ੍ਰਿਜ਼ਨਸ ਦੇ ਨਾਲ ਕੰਮ ਕਰ ਰਿਹਾ, ਅਤੇ ਬੜੇ ਮੈਂ ਬੱਚੇ ਆਪਣੀ ਕਮਿਊਨਿਟੀ ਦੇ ਵਿੱਚ ਦੇਖਦਾ ਵਾਂ ਜਿਹੜੇ ਡਰੱਗਸ ਦੇ ਵਿੱਚ, ਨਸ਼ਿਆਂ ਦੇ ਵਿੱਚ ਮਨੋਵਰ ਨੇ, ਇਨਵੋਲਵ ਨੇ। ਅਤੇ ਉਹਦਾ ਵੱਡਾ ਲੈਵਲ ਇਹੀ ਹੈ, ਜਲਦੀ ਅਮੀਰ ਹੋਣਾ, ਜਲਦੀ ਜਿਹੜਾ ਹੈਗਾ। ਈਵਨ ਕੁਝ ਤਾਂ ਮੈਂ ਰੋਬਰੀਜ਼ ਦੇ ਵਿੱਚ, ਥੈਫਟ 'ਚ ਦੇਖੇ, ਜਿਨ੍ਹਾਂ ਨੂੰ ਥੋੜ੍ਹਾ ਜਿਹਾ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪਤਾ ਲੱਗੇਗਾ ਇਹ ਕਿੱਡਾ ਨੌਨਸੈਂਸ ਕੰਮ ਕਰ ਰਿਹਾ ਸੀ ਤੂੰ ਵਾਕਿਆ 'ਚ ਹੀ ਪ੍ਰਿਜ਼ਨ ਪਹੁੰਚਣਾ ਸੀਗਾ। ਉਦੋਂ ਕਿਉਂ ਨਹੀਂ? ਉਹ ਕਹਿੰਦਾ ਪਰਦਾ ਪੈ ਗਿਆ ਅੱਖਾਂ 'ਤੇ। ਕਿਉਂ ਪੈ ਗਿਆ? ਕਿਉਂਕਿ ਜਿਸ ਤਰੀਕੇ ਨਾਲ ਦੁਨੀਆ ਦੇਖੀ ਚਾਰ ਚੁਫੇਰੇ, ਲੋਕਾਂ ਦੇ ਮਹਿੰਗੇ ਕੱਪੜੇ ਪਾਏ ਹੋਏ, ਗੱਡੀਆਂ, ਫੋਨ, ਲਾਈਫ ਸਟਾਈਲ, ਇਤਨਾ ਜ਼ਿਆਦਾ ਅੰਦਰ ਪਰਸੀਵ ਕਰ ਲਿਆ ਸਾਰਾ ਕੁਝ ਕਿ ਆਈ ਨੀਡ ਨਾਓ। ਇੰਪਲਸਿਵਨੈਸ, ਕਾਲਾਪਨ ਮਾਰਤਾ। ਇਹ ਜਿਹੜੀ ਚੀਜ਼ ਇਹਨੂੰ ਕਾਊਂਟਰ ਕਿਵੇਂ ਕਰੋਗੇ? ਜੇ ਕੋਈ ਸਰੋਤ ਚੰਗੀ ਹੋਏਗੀ, ਜੇ ਚੰਗੇ ਖਿਆਲ ਜਿਹੜੇ ਨੇ ਕੋਈ ਦਏਗਾ, ਤੇ ਦਏਗਾ ਉਹ ਜਿਹਦੇ ਕੋਲ ਕੁਝ ਅਥਾਰਟੀ ਹੈ ਦੇਣ ਦੀ। ਸਿੱਖਿਆ ਜਿਹੜੀ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਅਥਾਰਟੀ ਹੈ, ਮਤਲਬ ਅਸੀਂ ਇਸੇ ਕਰਕੇ ਇਹਨਾਂ ਨੂੰ ਸਿੰਘਾਸਨ 'ਤੇ ਪ੍ਰਕਾਸ਼ਿਤ ਕੀਤਾ ਹੈ। ਚੌਰ ਝੁੱਲ ਰਿਹਾ, ਬੰਦਾ ਤਾਬਿਆਂ ਬੈਠਾ ਇਹਨਾਂ ਦੇ, ਮੱਥਾ ਟੇਕੀ ਦਾ ਅੱਗੇ ਆ ਕੇ। ਵੈਨ ਵੀ ਟਾਕ ਸਪੈਸ਼ਲੀ in our Sikh families, in our Sikh family settings, we try to quote our Gurbani, we try to refer our Gurbani. ਇਹਨੂੰ ਸੁਣੋ, ਆ ਬਾਣੀ ਆ ਕਹਿ ਰਹੀ ਹੈ, ਤਾਂ ਕਿ ਹਾਇਰ ਲੈਵਲ ਦਾ ਥਾਟ ਸਾਨੂੰ ਅਪੀਲ ਕਰ ਸਕੇ, ਸਾਡੇ ਅੰਦਰ ਜਾ ਸਕੇ। ਮੈਂ ਇੱਕ ਸਿੰਪਲ ਐਗਜ਼ਾਮਪਲ ਕਰ ਦਾਂ ਤੁਹਾਡੇ ਸਾਹਮਣੇ, ਕਿਉਂਕਿ ਚੀਜ਼ ਜਿਹੜੀ ਨਾ ਸਰੋਤ ਹੀ ਅਸਲ ਵਿੱਚ ਤੁਹਾਡੀ ਭਗਤੀ ਬਣੇਗੀ। ਮੇਰੇ ਸੱਜਣ ਹੈਗੇ ਨੇ ਇਸ ਸ਼ਹਿਰ ਦੇ ਵਿੱਚ, ਉਹ ਕਹਿੰਦੇ ਕਿ ਕਾਫੀ ਸਾਲ ਪਹਿਲਾਂ ਦੀ ਗੱਲ, 90s ਦੇ ਨੇੜੇ ਦੀ, ਉਦੋਂ ਅੱਜ ਵਰਗਾ ਸਿਸਟਮ ਨਹੀਂ ਸੀਗਾ, ਸਟੂਡੈਂਟ ਐਕਸੈਸ ਨਹੀਂ ਸੀਗਾ ਆਉਣ ਵਾਸਤੇ, ਇਨਵੈਸਟਮੈਂਟ ਐਕਸੈਸ ਨਹੀਂ ਸੀਗਾ। ਮਤਲਬ ਇਹਨਾਂ ਮੁਲਕਾਂ ਦੇ ਵਿੱਚ ਜ਼ਿਆਦਾਤਰ ਇਲੀਗਲ ਸਿਸਟਮ ਸੀਗਾ ਜਿਹੜਾ ਆਉਣ ਜਾਣ ਵਾਲਾ ਸੀਗਾ ਉਸ ਤਰੀਕੇ ਨਾਲ, ਇੱਥੇ ਖਾਸ ਕਰਕੇ ਰਹਿਣ ਵਾਸਤੇ। ਅਤੇ ਉਹਦੇ 'ਚ ਹੋਇਆ ਇਹ ਕਿ ਉਹ ਕਹਿੰਦੇ ਕਿ ਵਾਇਆ ਯੂਰਪ, ਜਰਮਨ ਆਉਣ ਦਾ ਮੌਕਾ ਬਣਿਆ। ਜਰਮਨ ਤੋਂ ਫਿਰ ਅਸੀਂ ਕੈਨੇਡਾ ਆਏ। ਇੱਥੇ ਜਰਮਨ ਆਉਣਾ ਸੀਗਾ, ਵੀਜ਼ਾ ਲੱਗ ਗਿਆ ਕਿਸੇ ਢੰਗ ਨਾਲ। ਯੰਗ ਬੱਚੇ ਸੀ, 2 ਜਣੇ, ਲੈਸ ਦੈਨ 18 ਏਜ ਸੀਗੀ ਸਾਡੀ। ਸਾਨੂੰ ਚੜ੍ਹਾਉਣ ਵਾਸਤੇ ਮੇਰਾ ਇੱਕ ਚਾਚਾ ਆਇਆ ਏਅਰਪੋਰਟ ਤੱਕ ਦਿੱਲੀ। ਜਦੋਂ ਚੜ੍ਹਨ ਲੱਗਾ ਅਤੇ ਉਹ ਜਰਮਨ ਦੇ ਜਹਾਜ਼ 'ਤੇ ਚੜ੍ਹਨਾ ਹੁਣ ਅਸੀਂ, ਅਤੇ ਉਹ ਸਾਨੂੰ ਆਉਣ ਲੱਗਿਆ, ਕਹਿੰਦਾ ਗੱਲ ਇਹ ਹੈ ਕਿ ਨਾ ਉੱਥੇ ਪੱਕੇ ਹੋਣ ਵਾਸਤੇ ਕਈ ਵਾਰ ਬੰਦੇ ਨੂੰ
ਵਿਆਹ ਵਗੈਰਾ ਕਰਾਉਣਾ ਪੈ ਜਾਂਦਾ। ਅਤੇ ਡੈਫੀਨੇਟਲੀ ਜਿਹੜੇ ਲੋਕ ਉੱਥੇ ਰਹਿਣ ਵਾਲੇ ਨੇ ਗੋਰੇ ਲੋਕ ਨੇ, ਗੋਰਿਆਂ 'ਚ ਵਿਆਹ ਵਗੈਰਾ ਹੋਏਗਾ ਤੁਹਾਡਾ। ਅਤੇ ਕਈ ਵਾਰ ਜਿਹੜੇ ਗੋਰੇ ਖਾਸ ਕਰਕੇ ਉਸ ਕਮਿਊਨਿਟੀ ਦੇ ਫੈਮਿਨਨ ਮੈਂਬਰਸ ਹੈਗੇ ਨੇ, ਦੇ ਡੋਂਟ ਮਾਈਂਡ ਟੂ ਡਰਿੰਕ ਔਰ ਸਮੋਕ ਆਲ ਦੀਸ ਥਿੰਗਸ। ਅਤੇ ਇਟਸ ਓਕੇ ਜੇ ਤੁਹਾਨੂੰ ਥੋੜ੍ਹਾ ਬਹੁਤਾ ਜੇ ਕਿਤੇ ਇਹੋ ਜਿਹੇ ਵਿਆਹ ਵਗੈਰਾ ਚੱਕਰ 'ਚ ਦਾਰੂ ਵੀ ਪੀਣੀ ਪੈ ਜਾਏ, ਸਮੋਕ ਵਗੈਰਾ ਕਰਨਾ ਪੈ ਜਾਏ, ਇਟਸ ਓਕੇ। ਮਤਲਬ ਕਿਸੇ ਨਾਲ ਫਰੈਂਡਸ਼ਿਪ ਵਗੈਰਾ ਬਣਾਉਣ ਵਾਸਤੇ। ਹੋ ਯੰਗ ਏਜ ਹੈ, ਕਹਿੰਦਾ ਸਾਨੂੰ ਤਾਂ ਖੁਸ਼ੀ ਬੜੀ ਹੋਈ, ਕਮਾਲ ਹੋ ਗਈ। ਆਹ ਤੇ ਘਰਦਿਆਂ ਨਹੀਂ ਕਹਿ ਤਾ, ਹੋਰ ਕੀ ਚਾਹੀਦਾ। ਹੁਣ ਤੇ ਆਪਾਂ ਜਿਹੜਾ ਹੈਗਾ ਵੀ ਗੋਨਾ ਹੈਵ ਦਿਸ ਕਾਈਂਡ ਆਫ ਲਾਈਫ ਸਟਾਈਲ ਓਵਰ ਦੇਅਰ। ਠੀਕ ਹੈ ਜੀ, ਚੜ੍ਹ ਗਏ, ਪਹੁੰਚੇ ਤੇ ਹੁਣ ਅੰਦਰ ਤੇ ਚਾਹ ਆ, ਗੱਲ ਤੇ ਉਹੀ ਲਗਾਤਾਰ ਪ੍ਰੋਸੈਸ ਹੋਈ ਜਾਏ ਵੀ ਕਮਾਲ ਹੋ ਗਈ, ਅੱਛਾ ਉੱਥੇ ਜਾ ਕੇ ਇਹੋ ਜਿਹੀ ਲਾਈਫ ਇੰਜੋਏ ਕਰਾਂਗੇ। ਉਹ ਜਿਹੜਾ ਸ਼ਖਸ ਅੱਗੋਂ ਲੈਣ ਲਈ ਆਇਆ, ਉਹ ਉੱਥੇ ਆਲਰੇਡੀ ਕੰਮ ਵਗੈਰਾ ਕਰਦਾ ਸੀ ਥੋੜ੍ਹਾ ਬਹੁਤਾ, ਉਸਨੂੰ ਲੈ ਕੇ ਗਿਆ ਆਪਣੀ ਅਪਾਰਟਮੈਂਟ ਦੇ ਵਿੱਚ। ਅਪਾਰਟਮੈਂਟ ਬੜੀ ਛੋਟੀ ਜਿਹੀ, ਕਹਿੰਦੇ ਇੱਕੋ ਕਮਰੇ ਦੀ ਅਪਾਰਟਮੈਂਟ ਸੀਗਾ। ਅਸੀਂ ਉੱਥੇ ਅੰਦਰ ਗਏ। ਹੁਣ ਅੰਦਰ ਦਾ ਚਾਹ ਕਿਵੇਂ ਰੋਕੀਏ ਅਸੀਂ ਬਾਏ ਚਾਂਸ ਉਹਦੇ ਨਾਲ ਗੱਲ ਹੀ ਕਰ ਲਈ। ਅਸੀਂ ਕਿਹਾ ਵੀ ਉਹ ਸਾਡਾ ਚਾਚਾ ਕਹਿ ਰਿਹਾ ਸੀਗਾ ਕਿ ਤੁਹਾਨੂੰ ਉੱਥੇ ਹੋ ਸਕਦਾ ਵਿਆਹ ਵਗੈਰਾ ਕਰਾਉਣ ਵਾਸਤੇ ਵਾਈਟ ਕਮਿਊਨਿਟੀ ਦੇ ਵਿੱਚ ਇਹੋ ਜਿਹੀਆਂ ਆਦਤਾਂ ਵਗੈਰਾ ਵੀ ਜੇ ਪੈ ਗਈਆਂ ਤਾਂ ਕੋਈ ਗੱਲ ਨਹੀਂ, ਜੇ ਕਿਤੇ ਸਮੋਕ ਵਗੈਰਾ ਕਰਨਾ ਪੈ ਗਿਆ ਜਾਂ ਡਰਿੰਕ ਵਗੈਰਾ ਕਰਨੀ ਪੈ ਗਈ ਤੇ ਕੋਈ ਮਤਲਬ ਇਸ ਤਰੀਕੇ ਦੇ ਨਾਲ। ਐਕਚੁਅਲੀ ਤਾਂ ਅਸੀਂ ਸੈਕਿੰਡ ਇੱਕ ਓਪੀਨੀਅਨ ਹੋਰ ਚਾਹ ਰਹੇ ਹਾਂ ਵੀ ਸੈਕਿੰਡ ਜਿਹੜਾ ਹੈਗਾ ਯੈਸ ਕਰਦੇ ਤੇ ਗੱਲ ਬਣ ਗਈ, ਐਕਸੈਸ ਖੁੱਲ੍ਹ ਗਿਆ। ਉਹ ਕਹਿੰਦੇ ਸ਼ਖਸ ਐਸਾ ਸੀਗਾ, ਉਹਨੇ ਕਿਹਾ ਆ ਦੋਨੋਂ ਆਪਣੇ ਬੈਗ ਚੁੱਕੋ, ਬਾਹਰ ਰੱਖੋ, ਦਰਵਾਜ਼ੇ ਤੋਂ ਬਾਹਰ ਰਖਾ ਤੇ ਅੰਦਰੋਂ ਉਹਨੇ ਬਰੂਮ ਵਾਲਾ ਡੰਡਾ ਖਿੱਚ ਲਿਆ। ਕਹਿੰਦਾ ਮੈਨੂੰ ਦੱਸੋ ਤੁਹਾਡੇ 'ਚੋਂ ਕਿੰਨੇ ਕੰਮ ਕੀਤਾ ਜਹਾਜ਼ 'ਚ? ਉਹ ਕਹਿੰਦੇ ਨਹੀਂ ਕੀਤਾ ਨਹੀਂ ਤੇ ਪੁੱਛ ਰਹੇ ਸੀਗੇ। ਕਹਿੰਦਾ ਖਬਰਦਾਰ, ਜਿਸ ਦਿਨ ਇਹੋ ਜਿਹਾ ਕੋਈ ਮਨ ਆਇਆ ਆ ਦਰਵਾਜ਼ੇ ਤੋਂ ਬਾਹਰ ਰਹਿਣ ਦੀ ਉਸ ਦਿਨ ਸੋਚ ਲਿਆ ਜੇ ਆਮ ਨੋਟ ਗੋਨਾ ਗਿਵ ਯੂ ਐਕਸੈਸ ਇਨ ਦਿਸ ਰੂਮ ਐਟ ਆਲ। ਕਹਿੰਦੇ ਸਾਰਾ ਹੀ ਚਾਹ ਲੈ ਗਿਆ। ਆ ਕੀ ਬਣ ਗਿਆ? ਅੱਜ ਉਹ ਬੰਦਾ ਏਜਡ ਆ, ਉਹਦੇ ਬੱਚੇ ਵੱਡੇ ਨੇ, ਬੜਾ ਵੈਲ ਸੈਟਲਡ ਬਿਜ਼ਨਸਮੈਨ ਆ। ਉਹ ਕਹਿੰਦਾ ਮੈਂ ਕਿੰਨੀ ਵਾਰ ਉਸ ਬੰਦੇ ਦਾ ਧੰਨਵਾਦ ਕਰਾਂ, ਜ਼ਿੰਦਗੀ ਬਚਾਤੀ ਉਹਨੇ। ਅਦਰਵਾਈਜ਼ ਐਕਚੁਅਲੀ ਇਹੀ ਹੁੰਦਾ ਹੈ ਸੁਣਨਾ। ਕੋਈ ਅਥਾਰਟੀ ਸੁਣਾ ਦੇ, ਤੁਹਾਨੂੰ ਸੁਣਾ ਦੇ ਉਹ ਗੱਲ ਜਿਹੜੀ ਜੀਵਨ ਵਿੱਚ ਕੰਮ ਆਉਣੀ, ਜਿਹਨੂੰ ਮੈਨੀਫੈਸਟ ਕਰਨ ਤੋਂ ਬਾਅਦ ਜੀਵਨ ਕਿਸੇ ਹਾਇਰ ਲੈਵਲ ਤੇ ਚਲਾ ਜਾਏਗਾ। ਕੋਈ ਤੁਹਾਨੂੰ ਇਹ ਪ੍ਰੇਰਣਾ ਦੇ ਦੇ ਹਾਰਡ ਵਰਕ ਕਰੋ, ਕੋਈ ਤੁਹਾਨੂੰ ਇਹ ਪ੍ਰੇਰਣਾ ਦੇ ਦੇ ਓਨੈਸਟ ਹੋਵੋ, ਕੋਈ ਤੁਹਾਨੂੰ ਇਹ ਪ੍ਰੇਰਣਾ ਦੇ ਦੇ ਐਥਿਕਸ ਨੂੰ ਨਾ ਛੱਡਿਆ ਜਾਏ, ਕੋਈ ਤੁਹਾਨੂੰ ਇਹ ਪ੍ਰੇਰਣਾ ਦੇ ਦੇ ਜੀਵਨ ਦੇ ਛੋਟੀਆਂ ਮੋਟੀਆਂ ਮੁਸ਼ਕਲਾਂ ਤਕਲੀਫਾਂ ਤੋਂ ਡਰਨਾ ਨਹੀਂ, ਕਰੇਜੀਅਸ ਰਹਿਣਾ ਆ। ਦਿਸ ਇਜ਼ ਸੁਣਨਾ। ਇਹ ਹੈ ਸੁਣਨਾ। ਇਹੋ ਜਿਹੇ ਨੂੰ ਸੁਣਨ ਵਾਸਤੇ ਦੋ ਕੰਨ ਥੋੜੇ ਨੇ। ਬਲੀਵ ਮੀ, ਵੀ ਨੀਡ more ears, more listening power, more listening ability। ਕਿਉਂਕਿ ਇੰਨਾ ਕੁਝ ਜੀਵਨ ਵਿੱਚ ਚਾਹੀਦਾ ਆ ਜਿਹਦੇ ਨਾਲ ਜੀਵਨ ਉੱਚਾ ਉੱਠ ਸਕੇ। ਇਹ ਅਪਲਿਫਟਿੰਗ ਕਰਦਾ ਜ਼ਿੰਦਗੀ ਦੀ। ਇਹ ਗੁਰਮਤਿ ਦਾ ਸਕੂਲ ਬੜਾ ਪ੍ਰੈਕਟੀਕਲ ਹੈ, ਬੜਾ ਇਹ ਰੈਸ਼ਨਲ ਵੇ ਨਾਲ ਗੁਰੂ ਬਾਬਾ ਜੀ ਚੀਜ਼ਾਂ ਸਮਝਾਉਂਦੇ। ਪਰ ਬਾਣੀ ਹੈ ਨਾ ਮੈਟਾਫੋਰ ਸਿਰਜ ਦੇ ਨਾਲ ਨਾਲ। ਇੱਥੇ ਸਾਹਿਬ ਨੇ ਕਿਹਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਕਰੋੜਾਂ ਹੀ ਕੰਨ ਦੇ ਦੇ ਪ੍ਰਭੂ ਪ੍ਰੀਤਮ। ਇਹੋ ਜਿਹੀਆਂ ਗੱਲਾਂ ਸੁਣਨ ਵਾਸਤੇ, ਇਹੋ ਜਿਹੀਆਂ ਬਾਤਾਂ ਜ਼ਹਿਨ ਵਿੱਚ ਪਾਉਣ ਵਾਸਤੇ। ਹਰ ਗੁਣ ਸੁਣੀਏ ਅਬਿਨਾਸ਼ੀ ਰਾਮ, ਕਿਉਂਕਿ ਹਰੀ ਦੇ ਗੁਣ ਜਿਹੜੇ ਨੇ ਉਹ ਅਬਿਨਾਸ਼ੀ ਨੇ। ਇਹ ਸਾਰੇ ਹਰੀ ਦੇ ਗੁਣ ਨੇ। ਮਨੁੱਖ ਦਾ ਜੀਵਨ ਇਹਦੇ 'ਚ ਕਮਜ਼ੋਰੀਆਂ, ਖਾਮੀਆਂ, ਕਮੀਆਂ, ਦੇਖੋ ਪਸ਼ੂ ਬਿਰਤੀ ਹੈ ਜਿਹੜੀ ਸਿੱਖਦੀ ਨਹੀਂ। ਹਾਲਾਂਕਿ ਪਸ਼ੂਆਂ ਨੂੰ ਲੋਕੀ ਕੁੱਟ ਕੇ ਮਾਰ ਕੇ ਥੋੜ੍ਹਾ ਬਹੁਤਾ ਸਿਖਾ ਲੈਂਦੇ ਨੇ, ਪਰ ਬੰਦੇ ਨੂੰ ਤਾਂ ਸਿੱਖਣ ਦੀ ਜਾਚ ਕੁਦਰਤ ਨੇ ਦਿੱਤੀ ਹੈ। ਅਸੀਂ ਬੋਲਣਾ ਸਿੱਖਿਆ, ਤੁਰਨਾ ਸਿੱਖਿਆ, ਦੋ ਪੈਰਾਂ 'ਤੇ ਤੁਰਨਾ ਸਿੱਖਿਆ। ਬੜਾ ਐਵੋਲੂਸ਼ਨਰੀ ਥਿੰਗ ਵੀ ਕੈਨ ਸੀ ਹੇਅਰ। ਐਸਾ ਬੈਲੈਂਸ ਤੇ ਦੋ ਤੇ ਵੀ ਨਹੀਂ, ਇੱਕ ਪੈਰ 'ਤੇ ਤੁਰਦੇ। ਐਕਚੁਅਲੀ ਇੱਕ ਪੈਰ ਤੋਂ ਉੱਠਿਆ ਹੁੰਦਾ ਜਦੋਂ ਅਸੀਂ ਤੁਰ ਰਹੇ ਹਾਂ ਅੱਗੇ, ਇੱਕ ਤੋਂ ਬਾਅਦ ਇੱਕ, ਇਸ ਤਰੀਕੇ ਨਾਲ ਕਿਹਾ। ਤੇ ਫਿਰ ਕੱਲਾ ਲੋਕੀ ਆਪ ਨਹੀਂ ਤੁਰਦੇ, ਸਮਾਨ ਚੁੱਕ ਕੇ ਤੁਰਦੇ ਸਿਰਾਂ 'ਤੇ, ਹੱਥਾਂ 'ਚ ਬੈਗ ਫੜ ਕੇ ਤੁਰਦੇ, ਕੰਮ ਕਰਦੇ ਹੋਏ ਤੁਰਦੇ। ਇਹ ਦੇਖੋ ਕਿਆ ਕਮਾਲ ਦੀ ਚੀਜ਼ ਹੈ। ਨਹੀਂ ਗੀ ਸਿੱਖਿਆ ਹੀ ਹੈ ਸਾਰਾ ਕੁਝ। ਬੋਲਣਾ ਸਿੱਖਿਆ, 5-5, 10-10 ਭਾਸ਼ਾਵਾਂ ਲੋਕੀ ਬੋਲਦੇ, ਸਾਈਨ ਲੈਂਗੁਏਜ ਬੋਲਦੇ। ਤੁਸੀਂ ਦੇਖਿਆ ਹੋਣਾ ਇੱਥੇ ਸਰੂਪ ਦੇ ਵਿੱਚ ਲੋਕੀ ਲਿਪਸ ਰੀਡਿੰਗ ਪੜ੍ਹ ਗਏ, ਅੱਖਾਂ ਨੂੰ। ਮੈਂ ਤਾਂ ਸਾਈਕੋਲੋਜੀ 'ਚ ਕੰਮ ਕਰਦਾ, ਮਤਲਬ ਫੇਸ ਰੀਡਿੰਗ ਜਿਹੜੀ ਹੈਗੀ ਕ੍ਰਿਮਨੋਲੋਜੀ ਦੇ ਵਿੱਚ ਕਿੰਨਾ ਕੁਝ ਪੜ੍ਹਾਇਆ ਜਾਂਦਾ। ਸਿੱਖਿਆ ਹੀ ਹੈ ਸਾਰਾ ਕੁਝ। ਇਹ ਸਭ ਚੀਜ਼ਾਂ ਬੰਦੇ 'ਚ ਐਬਿਲਿਟੀ ਹੈ। ਹਾਂ, ਹੋ ਸਕਦਾ ਹੈ ਬੰਦਾ ਜੇ ਸੁਣ ਲਵੇ, ਇਸ ਸ਼ਕਤੀ ਦਾ ਇਸਤੇਮਾਲ ਸਹੀ ਕਰ ਲਵੇ। ਜੇ
ਬੰਦੇ ਨੂੰ ਅਹਿਸਾਸ ਹੀ ਨਹੀਂ ਕਿ ਇਹ ਕਮਾਲ ਦੀ ਸ਼ਕਤੀ ਹੈ। ਮੈਂ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਾਂ, ਸਮ ਟਾਈਮ we value only money, we value on only assets. Suppose simple बात की जाए, कोई बंदा कहे $2 मिलियन दे देने तेनों, तेरे कन्नां दी सुनन दी शक्ति लै लेने, ये सौदा वधिया है कि घटिया आया? Is it worth or not? सोच के देखो, it's not actually worth. बंदा राइट वे कहेगा भावें कोई 2 बिलियन भी दे दे, वाहे कोई जिंदगी होएगी जिथे स्रोत ना होएगी, पर जिथे स्रोत है तो सुनना ही कुछ चंगा नहीं गा। ਇਹਦਾ मतलब इतनी प्रीशियस चीज का मैं यूज ही नहीं कर रहा। बाबा जी कहते मेरी होर वधा दे, ये होर वधान का मतलब है मैनू सही यूज करना आ जाए। सच्ची गल है, इतनी अवेयरनेस भी आ जाए ना, भगती शुरू हो गई। ऑनेस्टली आई एम सेइंग, यू और समवन हैज स्टार्टेड हिज और हर डिवोशनल exercise or devotional practice just by paying attention toward what I am hearing, what I am listening, where I am paying attention। मैं किन्ना चीज़ां नूं अटेंड कर रहा हूँ, किन्ना गल्लां नूं अटेंड करदा, किन्ना बातां नूं, किन्ना बोलां नूं, किन्ना बचनां नूं, किन्ना अल्फाजां नूं अटेंड कर रहा मैं। बस इन्नी अवेयरनेस ही बंदे की जिंदगी बदल देगी। साहिब महाराज बयान करदे, हर गुण सुनिए अविनाशी राम, मैनू जाच सिखा, मैं रब दा उस ना नाश होने वाला नाम सुना, मैं उहदी तारीफ उहदी वडियाई सुना। सुन सुन यह मन निर्मल होवे, जिन्ना सुनांगा उन्ना मन निर्मल होएगा। मन दे विच बहुत खुराफातियत है। खुराफात मीन जिन्हों असीं वॉन्डरिंग कहने, माइंड वॉन्डरिंग, ये भटकदा बहुत आ, ते इहदी भटकना कोई होर तरीका नहीं गा इस नूं रोक सकण दा सिवाय स्रोत तो। जे तुसी कहंदे हो कि यू रियली वांट टू कंट्रोल योर माइंड मिजरी, then you have to find out the source where you can listen something spiritually, something मतलब हायर स्पिरिट वाला है उस तरीके का। गुरु बाबा जी ने कहा सुन सुन यह मन निर्मल होवे। जिन्ना मैं सुन रहा, चंगा सुन रहा, वाजिब सुन रहा, वधिया सुन रहा, मन की मैल कट्टी जा रही है, मन विच मैल का लैवल घट रहा है। हुण मैल की है, एज आई वाज गिविंग सब एग्जाम्पल्स, ग्रीड, लालच। दो चार गल्लां किसी दियां सुनियां, दो चार चीज़ां आले दुआले देखियां, एकदम क्रेविंग हो गई, इंपल्सिव बिहेवियर ने कहता यू नो कोई ऐसा तरीका अपनाया, शॉर्टकट अपनाया जाए जिस नाल जल्दी अमीर हो जा, जल्दी आ चीज़ मिल जाए, जल्दी मैं इस चीज़ नूं भोग लवां, मान लवां, बस राह गलत चूज कर लिया। जे दे मुकाबलतन स्रोत आ जाए तो स्रोत ये दसे नो नो जो चाहे बंदा अचीव कर सकता है, पर पाथ फॉलो सही करना है। यहो जी स्रोत आनी शुरू हो जाए, होएगा कि अल्टीमेटली बंदा सही डायरेक्शन दे जाएगा, राह लभ जाएगा सही। गुरु महाराज बयान करते, सुन सुन यह मन निर्मल होवे, कटिया काल की फांसी राम। काल की फांसी, काल फांसी लाउंदा आ, इनू असीं मौत विच भी कह देने कई बार, पर एक्चुअल लैवल ते एक तो मौत है नैचुरल प्रोसैस च आउणी, फिजिकल साइड ते साडी जिहड़ी है ये बॉडी एक दिन डिसमैंटल होएगी। जिहड़े 5 एलीमेंट्स ने देखो ना डिसमैंटल, ਉਹਦਾ कोई रीजन हो सकता है, इंटरनल रीजन हो सकता है विद एनी डिजीज, एक्सटर्नल रीजन हो सकता है विद एनी एक्सीडेंट। ये 2 चीज़ां होंदियां, भावें नॉर्मल डेथ भी है, इट हैपन्स इन एनी वे, भावें इंटरनल तो भावें एक्सटर्नल, दोवां दे विचों। बंदा एजड हो गया, बड़ा ज़्यादा तुरिया नहीं जा रहा, स्टेयर्स ते जा रहा सीगा, डिग गया, सट लगी सिर च, मौत हो गया। कुछ अंदरों इंटरनल्स जिहड़ा हैगा डिसमैंटल करने वास्ते सपोर्ट मिली, कुछ बाहरों रीजन बनया, पर यह एक्चुअली यही मदर नेचर का ला है। बट जिहड़ी काल की फांसी है, फिजिकल डेथ की गल नहीं हो रही, वो गल हो रही है जो बंदा वैसे तो जिउंदा आ, पर उहदी जिउण दा मतलब समटाइम पीपल से व्हाट इज द डिफरेंस बिटवीन एग्जिस्टेंस एंड लिविंग। कुछ लोग सिर्फ एग्जिस्ट करते हैं, कुछ लोग वाकई च लाइफ लिव करते हैं। जिंदगी जिउणी एक हायर लैवल है,
ਕੱਲਾ ਐਗਜ਼ਿਸਟ ਕਰਨਾ ਨਹੀਂਗਾ। ਹੋਂਦ ਤੇ ਹੈ ਬੰਦੇ ਦੀ, ਪਰ ਹੋਂਦ ਨੂੰ ਜੀਣ ਜੋਗਾ ਵੀ ਹੈ ਉਹ, ਤੇ ਉਹ ਜੀਣਾ ਆ ਉਹ ਹੈ ਆਪਣੇ ਆਪ ਨੂੰ ਐਥੀਕਲੀ ਸਾਊਂਡ ਕਰਨਾ, ਸਪਿਰਿਚੁਅਲੀ ਸਾਊਂਡ ਕਰਨਾ। ਜ਼ਿੰਦਗੀ ਦੀ ਜਿਹੜੀ ਜੋਏਫੁਲਨੈਸ ਆ, ਖੁਸ਼ੀ ਜਿਹੜੀ ਹੈ, ਖੁਸ਼ੀ ਨਕਲ ਮਾਰ ਕੇ ਨਹੀਂ ਆਉਂਦੀ, ਖੁਸ਼ੀ ਝੂਠ ਬੋਲ ਕੇ ਵੀ ਨਹੀਂ ਆਉਂਦੀ, ਖੁਸ਼ੀ ਧੋਖਾ ਦੇ ਕੇ ਵੀ ਨਹੀਂ ਆਉਂਦੀ, ਖੁਸ਼ੀ ਕਿਸੇ ਦਾ ਬੁਰਾ ਕਰਕੇ ਵੀ ਨਹੀਂ ਆਉਂਦੀ, ਚੀਟ ਕਰਕੇ ਵੀ ਨਹੀਂ ਆਉਂਦੀ, ਕਿਸੇ ਨਾਲ ਈਰਖਾ ਦੁਆਹ ਕਰਕੇ ਵੀ ਨਹੀਂ ਆਉਂਦੀ। देयर इज़ वेरी गुड सेइंग एक्चुअली इन इंग्लिश लैंग्वेज। साढ़े ते उस तो भी कमाल दी चीज़ां ने, बट वो कहते हैं कि सम पीपल बिलीव भी आई विल ड्रिंक द पॉइजन एंड समवन एल्स विल डाई। मैं ਜ਼ਹਿਰ ਪੀਵਾਂਗਾ, ਮਰ ਕੋਈ ਹੋਰ ਜਾਏਗਾ। ਜਿਵੇਂ ਆਪਾਂ ਜੈਲਸ ਆ, ਜੈਲਸ ਮੈਂ ਕਰ ਰਿਹਾ, ਮੈਂ ਜ਼ਹਿਰ ਪੀ ਰਿਹਾ, ਤੁਸੀਂ ਜੈਲਸ ਹੀ ਸੋਚਦਾ ਨੁਕਸਾਨ ਕਿਸੇ ਦਾ ਹੋ ਜਾਏਗਾ, ਕਿਵੇਂ ਹੋ ਜਾਏਗਾ? ਜਾਂ ਹੋਰ ਇਸ ਨੂੰ ਲੈ ਲਓ, ਜਿਵੇਂ ਕਿਸੇ ਦੇ ਨਾਲ ਕਿਸੇ ਕਿਸਮ ਦਾ ਇੱਕ ਐਨਵੀ ਕੰਪਲੈਕਸ ਲੈਵਲ ਤੇ ਜਾਂ ਮਤਲਬ ਈਰਖਾ ਦਵਾਇਕ ਦੇ ਵਿੱਚ ਕੋਈ ਬਿਹੇਵ ਕਰਨਾ। ਜ਼ਹਿਰ ਮੈਂ ਪੀ ਰਿਹਾ, ਸੋਚ ਰਿਹਾ ਮਰ ਕੋਈ ਹੋਰ ਜਾਏਗਾ, ਕਿਵੇਂ ਹੋਏਗਾ? ਇਹੋ ਜਿਹੀ ਚੀਜ਼ ਜਿਹੜੀ ਏ, ਸਭ ਕਹਿੰਦੇ ਕਾਲ ਕੀ ਫਾਸੀ ਹੈ। ਬੰਦਾ ਆਪਣੇ ਆਪ ਨੂੰ ਹੈਂਗ ਕਰ ਰਿਹਾ, ਆਪਣਾ ਗਲ ਘੁੱਟ ਰਿਹਾ, ਆਪਣੀ ਸੋਫੋਕੇਸ਼ਨ ਵਿੱਚ ਜੀ ਰਿਹਾ ਹੈਗਾ। ਇਹੋ ਜਿਹੀਆਂ ਚੀਜ਼ਾਂ ਸੁਣ ਜਿਹੜੀਆਂ ਤੈਨੂੰ ਇਸ ਤੋਂ ਬਾਹਰ ਕੱਢ ਸਕਣ। ਜੇ ਇਹਦੇ ਚੋਂ ਬਾਹਰ ਨਿਕਲ ਆਵੇਂਗਾ, ਮਹਾਰਾਜ ਕਹਿੰਦੇ ਫਿਰ ਮਨ ਨਿਰਮਲ ਹੋਏਗਾ। ਅਗਲਾ ਬਚਨ ਹੈ, ਕਟਿਆ ਜਮਕੀ ਫਾਂਸੀ ਸਿਮਰ ਅਬਿਨਾਸ਼ੀ ਸਗਲ ਮੰਗਲ ਸੁਗਿਆਨਾ। ਜਿਵੇਂ ਜਿਵੇਂ ਉਹ ਫਾਂਸੀ ਕੱਟੀ ਗਈ, ਅਬਿਨਾਸ਼ੀ ਤੱਤ ਦੇ ਨਾਲ ਸਮਾਹਿਤ ਹੋਈ, ਸ਼ਮੂਲੀਅਤ ਹੋਈ, ਸਗਲ ਮੰਗਲ ਸੁਗਿਆਨਾ, ਸੁਗਿਆਨ ਆ ਗਿਆ, ਚੰਗਾ ਗਿਆਨ, ਜਿਹਨੂੰ ਅਸੀਂ ਇਨਲਾਈਟਮੈਂਟ ਕਹਿੰਦੇ ਹਾਂ, ਰੋਸ਼ਨ ਦਿਮਾਗ ਹੋ ਜਾਣਾ। ਇਹ ਜਿਹੜੀ ਇਹ ਰੋਸ਼ਨੀ ਹੈ, ਸਗਲ ਮੰਗਲ ਸੁਗਿਆਨਾ, ਸਭ ਤਰ੍ਹਾਂ ਦਾ ਮੰਗਲ, ਸਭ ਤਰ੍ਹਾਂ ਦੀ ਖੁਸ਼ੀ ਉਹ ਗਿਆਨ ਲੈ ਕੇ ਆਉਂਦਾ, ਉਹ ਸਮਝ ਲੈ ਕੇ ਆਉਂਦੀ ਹੈ। ਹੁਣ ਈਵਨ ਬੰਦੇ ਨੂੰ ਕਈ ਵਾਰੀ ਮੁਸ਼ਕਿਲਾਂ ਤਕਲੀਫਾਂ ਵੀ ਆਉਣ, ਉਹਦੇ ਵਿੱਚੋਂ ਵੀ ਬੰਦਾ ਸਮਝ ਡਿਵੈਲਪ ਕਰ ਸਕਦਾ, ਉਹਦੇ 'ਚੋਂ ਸੋਝੀ ਲੈ ਸਕਦਾ ਬੰਦਾ। ਪਰ ਜੇ ਇਸ ਚੀਜ਼ ਦੀ ਸਿੱਖਿਆ ਅੰਦਰ ਧਰੀ ਹੋਏ, ਅੰਦਰ ਚਲੀ ਜਾਏ ਤਾਂ ਆ ਨਾ। ਅਦਰਵਾਈਜ਼ ਇੱਕੋ ਸਿਚੁਏਸ਼ਨ ਆ, ਇੱਕ ਬੰਦਾ ਉਹਦੇ 'ਤੇ ਉਸ ਸਿਚੁਏਸ਼ਨ ਨੂੰ ਵੇਖ ਕੇ ਇਤਨਾ ਘਬਰਾ ਜਾਂਦਾ ਹੈ, ਉਹਨੂੰ ਐਨਗਜ਼ਾਇਟੀ ਹੋ ਜਾਂਦੀ ਹੈ, ਉਹਨੂੰ ਡਿਪਰੈਸ਼ਨ ਹੋ ਜਾਂਦਾ ਹੈ, ਉਸ ਨੂੰ ਬਿਲਕੁਲ ਮਤਲਬ ਉਸ ਚੀਜ਼ 'ਚੋਂ ਜ਼ਿੰਦਗੀ ਫੇਲ ਹੋ ਜਾਂਦੀ ਹੈ। ਇੱਕ ਬੰਦੇ ਨੂੰ ਕੋਈ ਇਹੋ ਜਿਹਾ ਚੈਲੰਜ ਆਉਂਦਾ ਹੈ, ਉਹ ਹਾਇਰ ਲੈਵਲ 'ਤੇ ਆ ਜਾਂਦਾ ਹੈ, ਬਲਕਿ ਉਹਦੇ ਵਿੱਚੋਂ ਹੀ ਉਸ ਨੂੰ ਅਪੋਰਚੁਨਿਟੀ ਦੇ ਤੌਰ 'ਤੇ ਯੂਜ਼ ਕਰ ਲੈਂਦਾ। ਸੁਗਿਆਨ ਹੈ। ਗੁਰੂ ਮਹਾਰਾਜ ਕਹਿੰਦੇ ਉਹ ਕਾਲ ਦੀ ਫਾਂਸੀ ਕੱਟੀ, ਸਿਮਰ ਅਬਿਨਾਸੀ ਸਗਲ ਮੰਗਲ ਸੁਗਿਆਨਾ। ਫਿਰ ਸਭ ਮੰਗਲ ਹੈ, ਫਿਰ ਕੋਈ ਐਸੀ ਚੀਜ਼ ਨਹੀਂ ਹੈ। ਅਕਸਰ ਤੇ ਅਸੀਂ ਕੁਝ ਇਹੋ ਜਿਹੀਆਂ ਮਨ ਭਾਉਂਦੀਆਂ ਸਥਿਤੀਆਂ, ਕੁਝ ਇਹੋ ਜਿਹੇ ਜਿਹੜੀਆਂ ਡਿਜ਼ਾਇਰਸ, ਇਹੋ ਜਿਹੀਆਂ ਵਿਸ਼ੇਸ ਅਸੀਂ ਰੱਖਦੇ ਹਾਂ ਕਿ ਸਮਥਿੰਗ I want to find out which can happen according to my wishes। ਇਹਦੇ ਉੱਤੇ ਸਾਰੀ ਐਫਰਟ ਲਗਾ ਦਿੱਤੀ ਜਾਂਦੀ ਹੈ। ਮਹਾਰਾਜ ਬਿਆਨ ਕਰਦੇ, ਜਦੋਂ ਬੰਦੇ ਨੂੰ ਸੁਗਿਆਨ ਆ ਗਿਆ, ਫਿਰ ਇਹ ਜ਼ਰੂਰੀ ਨਹੀਂਗਾ। ਫਿਰ ਈਵਨ ਕੁਝ ਚੀਜ਼ ਤੁਹਾਡੇ ਅਗੇਂਸਟ ਵੀ ਜਾ ਰਹੀ ਹੈ, ਤੁਸੀਂ ਉਸ ਅਗੇਂਸਟ ਜਾ ਰਹੇ ਫਲੋ ਦਾ ਵੀ ਇਸਤੇਮਾਲ ਕਰਦੇ ਹੋ, ਉਹਨੂੰ ਵੀ ਯੂਜ਼ ਕਰ ਲੈਂਦੇ ਹੋ। ਉਹਦੀ ਬਾਤ ਇਹ 'ਚ ਲਿਆਂਦੀ ਗਈ। ਹਰ ਹਰ ਜਪ ਜਪੀਏ ਦਿਨ ਰਾਤੀ ਲਾਗੈ ਸਹਿ ਧਿਆਨਾ। ਪਹਿਲਾਂ ਸੁਣਨ ਦੀ ਗੱਲ ਕੀਤੀ, ਹੁਣ ਜਪਣ ਦੀ ਗੱਲ ਕੀਤੀ। ਸੁਣਨਾ ਹੀ ਜਪਣਾ ਹੋ ਜਾਂਦਾ, ਆਰਾਧਨਾ ਹੋ ਜਾਂਦਾ, ਅੰਦਰ ਚਲਾ ਜਾਂਦਾ। ਤੇ ਸਭ ਕਹਿੰਦੇ ਫਿਰ ਸਹਿਜ ਧਿਆਨ, ਆਪਣੇ ਆਪ ਚੰਗੇਰੇ ਪਾਸੇ ਜਿਹੜੀ ਹੈ ਉਹ ਮਤ ਦੀ ਸੁਮਤਤਾ ਜਿਹੜੀ ਹੈ ਉਸ ਪਾਸੇ ਤੁਰ ਪੈਂਦੀ ਹੈ। ਕਲਮਲ ਦੁੱਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ। ਕਲਮਲ ਪਾਪਾਂ ਨੂੰ ਕਿਹਾ ਗਿਆ, ਉਸ ਪਾਪਾਂ ਦੇ ਬੀਜ ਨਾਸ ਹੋ ਗਏ। ਦੁੱਖ ਜਾਰੇ, ਉਹ ਬੀਜ ਕਾਹਦੇ ਸੜੇ? ਦੁੱਖ ਹੀ ਸੜ ਗਏ ਸਾਰੇ ਦੇ ਸਾਰੇ। ਪ੍ਰਭੂ ਚਿਤਾਰੇ, ਕਿਉਂਕਿ ਇਸ ਸੁਣਨ ਨੇ ਪ੍ਰਭੂ ਨੂੰ ਚਿਤਾਰ ਦਿੱਤਾ, ਯਾਦ ਕਰਾ ਦਿੱਤਾ। ਮਨ ਕੀ ਦੁਰਮਤ ਨਾਸੀ, ਮਨ ਦੀ ਦੁਰਮਤ, ਮਨ ਨੇ ਜਿਹੜੀ ਮਾੜੀ ਮੱਤ ਪੈਦਾ ਕਰਨੀ ਸੀ, ਸਾਰੀ ਆਪਣੇ ਆਪ ਐਲੀਮੀਨੇਟ ਹੋ ਗਈ। ਕਹੋ ਨਾਨਕ ਪ੍ਰਭੂ ਕਿਰਪਾ ਕੀਜੈ ਹਰ ਗੁਣ ਸੁਣਿਆ ਅਬਿਨਾਸ਼ੀ। ਇਹ ਨਾਨਕ ਕਹੇ ਕਿ ਪ੍ਰਭੂ ਕਿਰਪਾ ਕੀਜੇ, ਹੇ ਪ੍ਰਭੂ ਕਿਰਪਾ ਦੇ ਘਰ ਵਿੱਚ ਆ, ਹਰ ਗੁਣ ਸੁਣਿਆ ਅਬਿਨਾਸ਼ੀ। ਹਰ ਵਕਤ ਹਰੀ ਦਾ ਗੁਣਗਾਨ, ਅਬਿਨਾਸ਼ੀ ਤੱਤ ਦਾ ਮੈਂ ਗੁਣਗਾਨ ਸੁਣ ਸਕਾਂ। ਮੈਂ ਉਸ ਰੱਬ ਦੇ ਨਾਮ ਨੂੰ ਸੁਣ ਕੇ ਆਪਣੇ ਜ਼ਹਿਨ ਵਿੱਚ ਵਸਾ ਸਕਾਂ। ਸਭ ਰਹਿਮਤ ਕਰਨ ਐਸੇ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਨਾ ਮਿਲੇ। ਗੁਰਮਤੀਏ ਹੋ ਸਕੀਏ। ਕਿਸਾਨਾਂ ਦੀ ਜੋ ਸਟਰਗਲ ਚੱਲ ਰਹੀ ਹੈ ਉਹਦੇ ਵਾਸਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਸਫਲਤਾ ਦੀ ਅਰਦਾਸ ਦੇ ਨਾਲ ਸਮਾਪਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।